ਵਾਹਿਗੁਰੂ ਸਾਹਿਬ ਜੀ। ਨਾਰਾਇਣ ਨਰਪਤ ਨਮਸਕਾਰ। ऐसे गुरु को बल बल जाइए, आप मुकत मोहि तारै। हम अवगुण भरे एक गुण नाही, अमृत छाड़ विखै विख खाहि। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ की रत की, गुर रामदास रखो सरनाई। एक अरदास पाठ की रत की, गुर रामदास रखो सरनाई। जुग जुग अटल। शब्द गुरु बाणी के बोहत। धन धन श्री गुरु ग्रंथ साहब महाराज जी दी पावन पवित्र पाक हजूरी विच जुड़ बैठे सतसंगी जनों, अज धन धन गुरु रामदास महाराज चौथे पातशाह जी का गुरगद्दी नसीनी पुरब है। गुरु नानक पातशाह की गद्दी दे चौथे बारिश। आओ तिन्हां दे जीवन बारे आपां विचारां करिए। एक विद्वान आखदा है, कहंदे जिनके दिन मनाते हो उनको जान भी लो, जिनके दिन मनाते हो उनकी मान भी लो। भाई गुरदास जी आखदे ने, कुरबानी तिन्हां गुरसिखां पाओ भगत गुरपरब करन दे। मैं कुरबान हाँ उन्हां गुरसिखां तो जिहड़े प्रेम नाल गुरु दे परब मनाउंदे हन। सो अज दा इह भागा वाला दिहाड़ा गुरु रामदास महाराज का गुरगद्दी ते बैठन का दिहाड़ा है। सो प्रेम सहित अज दे दीवान विच उन्हां दे जीवन संबंध विच ही आपां विचारां करांगे। सारियां संगतां नूं बेनती है, मनोवृत्तियां एकागर करो। धन धन श्री गुरु ग्रंथ साहब महाराज जी नूं झुकाओ सीस। साहिबां दी बख्शी पावन फतेह दी सान करो। वाह प्यार वाह सत्कार बैराग विच भिज के आखो जी वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਤੋਂ ਸਾਰੇ ਸੰਸਾਰ ਨੂੰ ਇੱਕ ਬਹੁਤ ਵੱਡੀ ਪ੍ਰੇਰਨਾ ਮਿਲਦੀ ਹੈ। ਇਸ ਸੰਸਾਰ ਦੇ ਵਿੱਚ ਜਿਤਨੇ ਮਰਜ਼ੀ ਦੁੱਖ ਆ ਜਾਣ, ਉਹਨਾਂ ਦੁੱਖਾਂ ਦਾ ਸਾਹਮਣਾ ਕਰਨਾ ਹੋਵੇ ਤੇ ਸਾਨੂੰ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ੍ਹਨਾ, ਸਮਝਣਾ ਚਾਹੀਦਾ ਹੈ। ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ ਤੇ ਅਸੀਂ ਅਤ ਦੇ ਦੁਖੀ ਹੋ ਜਾਂਦੇ ਹਾਂ, ਪਰ ਮੈਂ ਸਮਝਦਾ ਜਿਤਨੇ ਦੁੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਜ਼ਿੰਦਗੀ ਵਿੱਚ ਆਏ, ਸ਼ਾਇਦ ਇਤਨੇ ਦੁੱਖ ਬਹੁਤ ਘੱਟ ਹੀ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਪਰ ਦੁੱਖਾਂ ਦੀ ਅੰਤਹ ਹੋ ਗਈ ਤਾਂ ਵੀ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਜੀਵਿਆ। ਐਸੇ ਸਤਿਗੁਰੂ ਜਿਨ੍ਹਾਂ ਦਾ ਪ੍ਰਕਾਸ਼ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ, ਜੋ ਅੱਜ ਪਾਕਿਸਤਾਨ ਦੇ ਵਿੱਚ ਹੈ, ਆਪ ਜੀ ਦਾ ਜਨਮ ਸਥਾਨ, ਪਿਤਾ ਹਰਦਾਸ ਅਤੇ ਮਾਤਾ ਅਨੂਪੀ ਜੀ, ਦਇਆ ਕੌਰ ਜੀ, ਉਹਨਾਂ ਦੇ ਦੋ ਨਾਮ ਸਨ, ਅਨੂਪੀ ਅਤੇ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ। ਇਤਿਹਾਸਕਾਰਾਂ ਨੇ ਲਿਖਿਆ ਕਿ ਜਨਮ ਦੇ ਕੁਝ ਸਾਲਾਂ ਬਾਅਦ ਆਪ ਜੀ ਦੀ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। ਜੋ ਬੱਚੇ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਪਿਤਾ ਦੇ ਉੱਤੇ ਆ ਗਈ ਤੇ ਪਿਤਾ ਨੇ ਜਿੱਥੇ ਕਿਰਤ ਕਰਨੀ ਤੇ ਬੜੇ ਸੁਚੱਜੇ ਢੰਗ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਨੀ। ਆਪ ਜੀ ਦੇ ਪਿਤਾ ਹਰਦਾਸ ਜੀ ਛੋਟੀ ਮੋਟੀ ਦੁਕਾਨਦਾਰੀ ਕਰਦੇ ਸਨ। ਆਪ ਜੀ ਦਾ ਨਾਮ ਜੇਠਾ ਪੈ ਗਿਆ, ਕਿਉਂਕਿ ਘਰ ਦੇ ਵਿੱਚ ਪਹਿਲੀ ਸੰਤਾਨ ਹੋਣ ਕਰਕੇ ਸਾਰੇ ਹੀ ਘਰ ਦੇ ਸਾਗ ਸੰਬੰਧੀ ਜੇਠਾ ਜੇਠਾ ਕਰਕੇ ਬੁਲਾਉਣ ਲੱਗ ਪਏ। ਵੈਸੇ ਨਾਮ ਰਾਮਦਾਸ ਰੱਖਿਆ ਸੀ ਪਿਤਾ ਜੀ ਨੇ, ਕਿਉਂਕਿ ਜਿਹੜੇ ਹਰਦਾਸ ਜੀ ਨੇ ਉਹਨਾਂ ਦੇ ਬਾਰੇ ਲਿਖਿਆ ਮਿਲਦਾ ਹੈ ਕਿ ਉਹ ਨਾਮਦੇਹੀ ਹਰਦਾਸ ਨਹੀਂ ਸੀ, ਸੱਚੀ ਮੁੱਚੀ ਹਰੀ ਦੇ ਦਾਸ ਸਨ। ਉਹ ਦੇਵੀ ਦੇਵਤਿਆਂ ਨੂੰ ਉੱਕਾ ਹੀ ਨਹੀਂ ਸਨ ਮੰਨਦੇ, ਰੱਬ ਦੇ ਪੱਕੇ ਉਪਾਸਕ ਸਨ, ਪ੍ਰਭੂ ਨੂੰ ਮੰਨਣ ਵਾਲੇ ਸਨ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਮੰਨਣ ਵਾਲੇ ਸਨ। ਭਾਈ ਜੇਠਾ ਜੀ ਦੀ ਉਮਰ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਮਰ ਜਦੋਂ 7 ਸਾਲਾਂ ਦੀ ਹੋਈ, ਜਿੱਥੇ ਪਹਿਲਾਂ ਬਚਪਨ ਵਿੱਚ ਮਾਤਾ ਜੀ ਅਕਾਲ ਚਲਾਣਾ ਕਰ ਗਏ, 7 ਸਾਲਾਂ ਦੀ ਉਮਰ ਦੇ ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਲੋਕਾਂ ਦੀ ਨਜ਼ਰ ਵਿੱਚ ਭਾਈ ਜੇਠਾ ਅਨਾਥ ਹੋ ਗਿਆ। ਸਾਰੇ ਕਹਿਣ ਲੱਗ ਪਏ ਵੀ ਇਹ ਤੇ ਅਨਾਥ ਹੋ ਗਿਆ, ਇਸਦਾ ਹੁਣ ਕੋਈ ਸਹਾਰਾ ਨਹੀਂ ਰਿਹਾ। ਆਪ ਜੀ ਦਾ ਨਾਨਕਾ ਪਿੰਡ ਵਾਸਰ ਕੇ, ਉੱਥੇ ਆਪ ਜੀ ਦੀ ਨਾਨੀ ਜੀ ਰਹਿੰਦੇ ਸਨ। ਉਹਨਾਂ ਦੇ ਵੀ ਅੱਗੇ ਪੁੱਤਰ ਨਹੀਂ ਸਨ। ਨਾਨੀ ਜੀ ਵੀ ਇਕੱਲੇ ਸਨ, ਕਿਉਂਕਿ ਬੇਟੀ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ, ਜਿਹੜੇ ਜਮਾਈ ਸੀ ਉਹ ਅਕਾਲ ਚਲਾਣਾ ਕਰ ਗਏ। ਤੇ ਜਿਵੇਂ ਖਬਰ ਮਿਲੀ ਤੇ ਬਹੁਤ ਵੱਡੀ ਦੁੱਖਮਈ ਇਹ ਘਟਨਾ ਸੀ, ਪਰ ਫਿਰ ਵੀ ਨਾਨੀ ਨੇ ਹੌਸਲਾ ਕੀਤਾ। ਨਗਰ ਦੇ ਕੁਝ ਲੋਕ ਪਿੰਡ ਵਾਸਰ ਕੇ ਤੋਂ ਚੱਲ ਕੇ ਚੂਨਾ ਮੰਡੀ ਲਾਹੌਰ ਪਹੁੰਚੇ। ਸੰਸਕਾਰ ਕੀਤਾ ਗਿਆ ਹਰਦਾਸ ਜੀ ਦਾ। ਸੰਸਕਾਰ ਹੋਇਆ। ਹੁਣ ਤੁਸੀਂ ਵੇਖੋ ਕਿ ਉਹ ਘਰ ਅੱਜ ਸੁੰਨਾ ਹੋ ਗਿਆ, ਨਾ ਮਾਂ ਹੈ ਨਾ ਅੱਜ ਪਿਤਾ ਹੈ। ਨਾਨੀ ਸਾਰਾ ਦੇਣ ਵਾਸਤੇ ਆਈ, ਨਗਰ ਦੇ ਪਰਿਵਾਰ ਦੇ ਲੋਕ ਆਏ, ਸ਼ਾਮ ਹੋ ਗਈ, ਉਹ ਵੀ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਇਕੱਲੇ ਰਹਿ ਗਏ ਨਾਨੀ ਦੇ ਨਾਲ। ਹੋਰ ਕੋਈ ਸਾਗ ਸੰਬੰਧੀ ਹੋਣਗੇ, ਰਿਸ਼ਤੇਦਾਰ ਹੋਣਗੇ। ਕੁਝ ਦਿਨ ਲੰਘੇ ਨੇ, ਹਰਦਾਸ ਜੀ ਦਾ ਭੋਗ ਪਿਆ, ਕਿਰਿਆ ਕੀਤੀ ਗਈ, ਰਸਮ ਕੀਤੀ ਗਈ। ਉਸ ਤੋਂ ਬਾਅਦ ਸਾਰੇ ਸਾਗ ਸੰਬੰਧੀ ਆਪਣੇ ਘਰਾਂ ਨੂੰ ਚਲੇ ਗਏ। ਤੇ ਹਾਲਤ ਐਸੀ ਹੋ ਗਈ ਕਿ ਚੂਨਾ ਮੰਡੀ ਲਾਹੌਰ ਦੇ ਵਿੱਚ
ਭਾਈ ਜੇਠਾ ਜਿਨ੍ਹਾਂ ਬੱਚਿਆਂ 'ਚ ਖੇਡਦੇ ਸਨ, ਉਹਨਾਂ ਦੇ ਮਾਪਿਓ ਨੇ ਵੀ ਆਪਣੇ ਬੱਚਿਆਂ ਨੂੰ ਵਰਜ ਕੇ ਘਰ 'ਚ ਬਿਠਾ ਲਿਆ ਵੀ ਉਸਦੇ ਨਾਲ ਨਾ ਖੇਡਿਆ ਕਰੋ। ਉਹ ਪਤਾ ਨਹੀਂ ਕਿੱਦਾਂ ਦਾ ਬੱਚਾ ਹੈ, ਪਹਿਲਾਂ ਮਾਂ ਖਾ ਲਈ, ਫਿਰ ਪਿਓ ਨੂੰ ਖਾ ਲਿਆ, ਇਸ ਕਰਕੇ ਉਸਦੇ ਨਾਲ ਨਾ ਖੇਡਿਆ ਕਰੋ। ਤੁਸੀਂ ਵੇਖੋ ਕਿ ਉਸ ਹਾਲਤ ਦੇ ਵਿੱਚ ਕਿਸ ਤਰ੍ਹਾਂ ਭਾਈ ਜੇਠਾ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਮਾਂ ਬਤੀਤ ਕੀਤਾ। ਨਾਨੀ ਨੇ ਜਦੋਂ ਵੇਖਿਆ ਕਿ ਇਹ ਤੇ ਸਾਰੇ ਮੁਖ ਮੋੜ ਗਏ ਨੇ, ਫਿਰ ਜੋ ਕੋਈ ਕਿਰਤ ਵੀ ਹੱਥ ਵਿੱਚ ਨਹੀਂ ਜਿਹਦੇ ਨਾਲ ਗੁਜ਼ਾਰਾ ਹੋਵੇ, ਵੀ ਕਿਰਤ ਤੋਂ ਬਿਨਾਂ ਤਾਂ ਰੋਟੀ ਨਹੀਂ ਨਾ ਮਿਲਦੀ। ਹਰ ਇੱਕ ਬੰਦੇ ਨੂੰ ਪਰਿਵਾਰ ਪਾਲਣ ਵਾਸਤੇ, ਆਪਣੇ ਆਪ ਦੇ ਗੁਜ਼ਾਰੇ ਵਾਸਤੇ ਕਿਰਤ ਦੀ ਲੋੜ ਹੈ, ਪੈਸੇ ਦੀ ਲੋੜ ਹੈ। ਹੁਣ ਨਾਨੀ ਵੀ ਇਤਨੀ ਸਮਰੱਥ ਨਹੀਂ ਜੋ ਆਪਣੇ ਦੋਤਰੇ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕੇ, ਪਰ ਉੱਥੇ ਰਹਿ ਕੇ ਪਰਵਰਿਸ਼ ਕਰਨੀ ਹੋਰ ਔਖੀ ਹੈ, ਕਿਉਂਕਿ ਸਾਰੇ ਮੁਖ ਮੋੜ ਗਏ। ਜਿਨ੍ਹਾਂ ਦੇ ਕੋਲ ਵੀ ਖੇਡਣ ਜਾਵੇ ਉਹ ਆਪਣੇ ਦਰਵਾਜ਼ੇ ਬੰਦ ਕਰ ਲੈਣ, ਚਾਚੇ ਤਾਏ ਸਰੀਕੇ ਨੇ ਸਭ ਨੇ ਬੂਹੇ ਬੰਦ ਕਰ ਲਏ। ਹਾਲਤ ਅੰਤ ਐਸੀ ਹੋ ਗਈ ਕਿ ਨਾਨੀ ਨੂੰ ਦੋਤਰੇ ਦੇ ਨਾਲ ਚੂਨਾ ਮੰਡੀ ਲਾਹੌਰ ਨੂੰ ਛੱਡਣਾ ਪਿਆ। ਜਦੋਂ ਕੋਈ ਗੱਲ ਨਾ ਕਰਦਾ ਹੋਵੇ, ਜਦੋਂ ਜਿਨ੍ਹਾਂ ਵਿੱਚ ਖੇਡਣ ਵਾਸਤੇ ਜਾਵੇ ਔਰ ਉਹ ਬੱਚੇ ਖੇਡਣ ਨਾ ਤੇ ਨਾਲ ਉਹਨਾਂ ਦੇ ਮਾਪਿਓ ਦਰਵਾਜ਼ੇ ਬੰਦ ਕਰ ਲੈਣ, ਸਭ ਦੇ ਦਰਵਾਜ਼ੇ ਉਹਨਾਂ ਲਈ ਬੰਦ ਹੋ ਗਏ। ਪਰ ਅਕਾਲ ਪੁਰਖ ਵਾਹਿਗੁਰੂ ਬੜਾ ਸਮਰੱਥ ਹੈ। ਸੰਸਾਰ ਜਿਨ੍ਹਾਂ ਵਾਸਤੇ ਦਰਵਾਜ਼ੇ ਬੰਦ ਕਰਦਾ, ਅੱਜ ਉਸ ਦੇ ਦਰਵਾਜ਼ੇ ਸਾਰੀ ਦੁਨੀਆ ਲਈ ਖੁੱਲ੍ਹੇ ਨੇ, ਪੂਰੀ ਦੁਨੀਆ ਲਈ, ਪੂਰੀ ਮਾਨਵਤਾ ਵਾਸਤੇ। ਪਿਆਰ ਵਾਲਿਓ, ਸੱਚ ਜਾਣਨਾ। ਉੱਥੋਂ ਫਿਰ ਇੱਕ ਦੋ ਜੋੜੀ ਕੱਪੜੇ ਸਨ ਭਾਈ ਜੇਠਾ ਜੀ ਦੇ। ਨਾਨੀ ਨੇ ਉਹ ਕੱਪੜੇ ਝੋਲੇ ਵਿੱਚ ਪਾਏ ਅਤੇ ਆਪਣੇ ਦੋਤਰੇ ਦੀ ਉਂਗਲ ਫੜ ਕੇ ਪਿੰਡ ਵਾਸਰਕੇ ਨੂੰ ਤੁਰ ਪਏ ਵੀ ਚੱਲ ਪੁੱਤਰਾ, ਇੱਥੇ ਆਪਣਾ ਗੁਜ਼ਾਰਾ ਨਹੀਂ ਹੋਣਾ, ਆਪਾਂ ਨੂੰ ਇੱਥੋਂ ਛੱਡਣਾ ਹੀ ਪੈਣਾ ਇਹ ਸ਼ਹਿਰ। ਘਰ ਨੂੰ ਜਿੰਦਰਾ ਮਾਰਿਆ, ਜਿਸ ਘਰ ਦੇ ਵਿੱਚ ਭਾਈ ਜੇਠਾ ਜੀ ਰਹਿੰਦੇ ਸਨ, ਘਰ ਨੂੰ ਜਿੰਦਰਾ ਮਾਰਿਆ। ਲੋਕ ਦੇਖਦੇ ਰਹੇ, ਸਰੀਕੇ ਵੇਖਦੇ ਰਹੇ, ਪਰ ਕਿਸੇ ਨੇ ਵੀ ਇਹ ਗੱਲ ਨਹੀਂ ਕੀਤੀ ਵੀ ਇਸ ਨੂੰ ਕਿਉਂ ਲੈ ਕੇ ਜਾ ਰਹੇ ਹੋ। ਅਸੀਂ ਦੇਖਾਂਗੇ, ਅਸੀਂ ਇਸਦੀ ਪਰਵਰਿਸ਼ ਕਰਾਂਗੇ, ਅਸੀਂ ਸਾਥ ਦੇਵਾਂਗੇ। ਕੀ ਹੋਇਆ ਜੇ ਰੱਬ ਦੀ ਕਰਨੀ, ਰੱਬ ਦਾ ਭਾਣਾ ਵਰਤ ਗਿਆ ਵੀ ਮਾਤਾ ਪਿਤਾ ਚਲੇ ਗਏ ਅਤੇ ਸਾਡੇ ਸਰੀਕੇ ਵਿੱਚੋਂ ਕਿਸੇ ਨੇ, ਚਾਚੇ ਤਾਏ ਨੇ ਇਹ ਨਹੀਂ ਕਿਹਾ ਵੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ, ਸਗੋਂ ਗੱਲਾਂ ਕੀਤੀਆਂ ਵੀ ਇਸ ਬੱਚੇ ਦਾ ਕੀ ਬਣੇਗਾ, ਵੀ ਇਸ ਦੇ ਕੋਲ ਪਾਉਣ ਵਾਸਤੇ ਕੱਪੜੇ ਨਹੀਂ, ਰਹਿਣ ਵਾਸਤੇ ਘਰ ਨਹੀਂ, ਕੋਈ ਕਮਾਈ ਦਾ ਸਾਧਨ ਨਹੀਂ, ਅਨਾਥ ਹੋ ਗਿਆ, ਇਹ ਅਨਾਥ ਨੇ ਕਿੱਥੇ ਰਹਿਣਾ। ਗੱਲਾਂ ਕਰਦੇ ਨੇ। ਪਿਆਰ ਵਾਲਿਓ, ਸੱਚ ਜਾਣਨਾ। ਉੱਥੋਂ ਨਾਨੀ ਜਿਹੜੀ ਹੈ ਉਹ ਪਿੰਡ ਵਾਸਰਕੇ ਲੈ ਕੇ ਆ ਗਈ। ਜਿਵੇਂ ਹੀ ਵਾਸਰਕੇ ਦੇ ਵਿੱਚ ਆਪ ਜੀ ਦੀ ਨਾਨੀ ਦੀ ਅਤੇ ਆਪ ਜੀ ਦੇ ਆਉਣ ਦੀ ਖਬਰ ਮਿਲੀ, ਸਾਰਾ ਪਿੰਡ ਇਕੱਠਾ ਹੋ ਗਿਆ। ਕਿਉਂਕਿ ਪਿੰਡ ਦੀ ਧੀ ਸੀ, ਇਸ ਕਰਕੇ ਉਹਨਾਂ ਦਿਨਾਂ ਦੇ ਅੰਦਰ ਇਹ ਪਿੰਡਾਂ ਵਿੱਚ ਆਮ ਰਿਵਾਜ ਹੋਇਆ ਕਰਦਾ ਸੀ ਕਿ ਲੋਕ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ। ਪੂਰਾ ਪਿੰਡ ਕਿਸੇ ਦੇ ਦੁੱਖ ਵਿੱਚ ਜਾ ਕੇ ਸ਼ਾਮਲ ਹੁੰਦਾ ਸੀ। ਸਾਰਾ ਪਿੰਡ ਇਕੱਠਾ ਹੋਇਆ। ਹਰ ਇੱਕ ਬੰਦੇ ਨੇ ਆਪਣੇ ਆਪਣੇ ਵੱਲੋਂ ਗੱਲਾਂ ਕੀਤੀਆਂ ਵੀ ਰੱਬ ਨੇ ਕਿੱਦਾਂ ਕੀਤਾ, ਨਹੀਂ ਕਰਨਾ ਚਾਹੀਦਾ ਸੀ। ਹਰ ਇੱਕ ਬੰਦਾ ਜਿੱਦਾਂ ਜਿਸ ਦਾ ਸੁਭਾਅ ਹੁੰਦਾ ਗੱਲਾਂ ਕਰਦੇ ਆ। ਉਹਨਾਂ ਦੇ ਵਿੱਚੋਂ ਬਾਬਾ ਅਮਰਦਾਸ ਜੀ ਦਾ, ਕਿਉਂਕਿ ਪਿੰਡ ਵਾਸਰਕੇ ਸੀ, ਉਹ ਵੀ ਉਹਨਾਂ ਨੂੰ ਮਿਲਣ ਵਾਸਤੇ ਆਏ। ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਾਨੀ ਜੀ ਕੋਲ ਬੈਠੇ, ਫਿਰ ਭਾਈ ਜੇਠਾ ਜੀ ਕੋਲ ਬੈਠੇ ਅਤੇ ਗਲਵੱਕੜੀ ਵਿੱਚ ਲਿਆ ਅਤੇ ਸਿਰ 'ਤੇ ਹੱਥ ਫੇਰਿਆ ਔਰ ਇੱਕ ਗੱਲ ਆਖੀ, ਜੇਠਿਆ ਕੋਈ ਨਹੀਂ, ਰੱਬ ਦੀ ਕਰਨੀ ਹੈ, ਤੇਰਾ ਲਾਹੌਰ ਅਸੀਂ ਇੱਥੇ ਹੀ ਬਣਾ ਦਿਆਂਗੇ। ਭਾਈ ਜੇਠਾ ਜੀ ਨੂੰ ਬੜਾ ਸ਼ਗੂਨ ਮਿਲਿਆ ਜਦੋਂ ਉਹਨਾਂ ਨੇ ਸਿਰ 'ਤੇ ਹੱਥ ਫੇਰਿਆ, ਆਪਣੀ ਗਲਵੱਕੜੀ ਵਿੱਚ ਲਿਆ, ਪਿਆਰ ਦਿੱਤਾ। ਮੈਂ ਬੇਨਤੀ ਕਰ ਦੇਵਾਂ, ਉਸ ਵੇਲੇ ਬਾਬਾ ਅਮਰਦਾਸ ਜੀ ਗੁਰੂ ਨਹੀਂ ਬਣੇ, ਸਿੱਖ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਦੇ ਵਾਰਿਸ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਸੇਵਾ ਕਰਦੇ ਹਨ। ਹੁਣ ਇਹ ਸਾਰੀਆਂ ਗੱਲਾਂ ਹੋਈਆਂ, ਸਾਰਾ ਪਿੰਡ ਇਕੱਠਾ ਹੋਇਆ, ਸ਼ਾਮ ਪੈ ਗਈ। ਘਰ ਦੇ ਵਿੱਚ ਦੋ ਜੀ ਰਹਿ ਗਏ, ਨਾਨੀ ਰਹਿ ਗਈ ਅਤੇ ਭਾਈ ਜੇਠਾ ਜੀ ਰਹਿ ਗਏ, ਬਾਕੀ ਸਾਰੇ ਚਲੇ ਗਏ। ਨਾਨੀ ਨੇ ਰਾਤ ਨੂੰ ਪੁੱਛਿਆ ਵੀ ਲੋਕ ਇਕੱਠੇ ਹੋਏ ਸਨ, ਬੇਟਾ ਤੈਨੂੰ ਕੀ ਆਖਿਆ, ਵੀ ਕੀ ਗੱਲਾਂ ਲੋਕਾਂ ਨੇ ਕੀਤੀਆਂ। ਕਹਿੰਦੇ ਨਾਨੀ, ਲੋਕਾਂ ਨੇ ਗੱਲਾਂ ਕੀਤੀਆਂ ਵੀ ਬੜਾ ਮਾੜਾ ਹੋਇਆ, ਇੱਦਾਂ ਨਹੀਂ ਹੋਣਾ ਚਾਹੀਦਾ ਸੀ। ਪਰ ਕਹਿੰਦੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਸਨ, ਉਹਨਾਂ ਨੇ ਮੇਰੇ ਸਿਰ 'ਤੇ ਹੱਥ ਫੇਰਿਆ
तो मेरे शरीर 'ਚ झरनाहट जी छिड़ गई और मैनू बड़ा चंगा लग्या। कहने की कहा? कहने उन्होंने कहा कि तेरा लाहौर इत्थे ही बना देंगे। हुण उस वेले की पता बचपन दे की कहना चाह रहे हैं गुरु अमरदास महाराज। तो जो कहने वो कौन सन? तो कहने लगे वो बाबा अमरदास जी ने, साडे पिंड दे बजुर्ग ने, तो गुरु अंगद देव जी महाराज गुरु नानक पातशाह की गद्दी के वारिस ने, उन्होंने सेवा च लगे हुए हैं, उन्होंने सेवा करते हैं। इस तरह गल्लां बातां हुईयां। प्यार वालू सच जानना। हुण खाण वास्ते हुण किरत की लोड़ है। और मैं बलिहार जाना धन गुरु रामदास महाराज उस अकाल पुरख की खेड़ तो कि जदों कोई बच्चा अनाथ हो जाता है, उसके सिर ते माता पिता का साया नहीं रहिंदा, वो दो काम करता है, जां चोरियां करता है या मंग के खाता है, दो काम करता है। पर 7 साल की उम्र ना भाई जेठा जी ने मंग के खादा, ना ही चोरियां कीतियां। उन्होंने किरत के रस्ते नूं अपनाया। नानी नूं आख्या कि मैनू घुंघणियां तैयार करके दिया करो, मैं बेच के आपां दोवें जियां दा आपां गुजारा कर लेना। कितना बड़ा हौसला सी जीवन में। ये सौखा काम नहीं कि उस 7 साल की उम्र दे विच नानी नूं ये कहना भी आपां अपनी किरत करके अपना गुजारा कर लेना। लोग उस हालत विच निराश हो जाते हैं कि हुण साडा की बनेगा। पर तुसीं वेखो एडा हौसला किया कि हुण नानी ने घुंघणियां तैयार कर देनियां ते आप जी ने बेचण वास्ते चले जाना। गली मुहल्ले विच जाके आवाज़ मार के घुंघणियां की आवाज़ लानी, बेच के आ जाना। जो वटक होनी उसदे विचों अपने खाण जोगा रख लेना, बाकी अगले दिन दे किरत करन वास्ते पैसे रख लेने। इस तरह जिहड़ी उन्हां दी देखो किरत दे विच शुरुआत हुंदी है। एक मैं बेनती करां, सिੱਖੀ विच किरत नूं प्रधानता है। किरत कोई छोटी ਜਾਂ ਵੱਡੀ नहीं हुंदी। सिੱਖੀ सानूं ये सिखाती है भी तुसीं किरती होने चाहिए हो। किरत कोई छोटी होवे कोई वड्डी नहीं, किरत किरत हुंदी है। और किरत जिहड़ी ਉਹ 10 ਨੂੰਹਾਂ ਦੀ होनी चाहिए। क्योंकि गुरमत दे विच हक पराया नानका, उस सुअर उस गाय, गुर पीर हामा तां पर जा मुरदार ना खाए। हक हलाल की कमाई गुरमत विच प्रवान है कि ਇਹਦਾ हक खाना गुरमत विच प्रवान नहीं है। 10 ਨੂੰਹਾਂ की किरत, सच्ची सुच्ची किरत, वो किरत शुरू करती। हुण तुसीं वेखो भी विथ बड़ी थोड़ी सी, पैसे घट सन, पर उस थोड़े पैसों के विच ही किरत आरंभ की भाई जेठा जी ने। किरत करन जाना, कई बारी बड़ी छेती घुंघणियां विक जानियां ते नानी कोल आ जाना, कई बारी बड़ा समा लगना। एक दिन भाई जेठा जी घुंघणियां लैके गए, थोड़ी देर बाद वापस आ गए। उस दिन पता की बरतिया, उन्होंने एक कोई साधु फकीर बड़ा भुखा सी, वो मिल गया। कहंदा बच्चिया बड़ी भुख लगी है तो मैनू घुंघणियां छका दे। छोटी उम्र सी, छोटे छोटे हथ सन, तो एक मुठ घुंघणियां पा दित्तियां। फकीर खा गया, कहन लगा इस दे नाल तां कुछ भी नहीं होया, मैनूं तो भुख बड़ी लगी है। दूजी मुठ फिर पाई, फिर वो घुंघणियां जड़ियां दित्तियां सन वो छक गया। फिर कहंदा मेरा कुछ नहीं बनया जी। कहने टोकरी विच जितनियां घुंघणियां सन सारियां उसदी झोली विच पा दित्तियां अते वापस आ गए। नानी बड़ी हैरान हुई, बड़ी छेती अज घुंघणियां बेच के आ गए, कितनी बटक हुई है, कितनी कमाई हुई है। तो कहते आके अज कमाई जिहड़ी है ना, वो नानी ना पुछो, अज मैं कमाई जिहड़ी ना रब दे नां ते ला आया। अज की कमाई जिहड़ी ना मैं रब दे नां ते ला दी है। जिस रब ने सब कुछ दिता सानू उहदे नां ते खर्च करके आ गया। अज नानी दे अखां विच अथरू आए कि हे रब्बा, मेरे दोहतरे नूं दिल एडा वड्डा दिता है पर वरतान वास्ते कुछ भी नहीं दिता। एडा दिल और बरतान वास्ते कुछ भी नहीं है। बाबा फरीद जी ने बड़ा प्यारा जिक्र किया, कहते ने तान हुंदा होए निताना,
ਵੀ ਤਾਣ ਹੋ ਕੇ ਕੋਈ ਨਿਤਾਣਾ ਹੋਵੇ। ਮਾਣ ਹੁੰਦਾ ਹੋਏ ਨਿਮਾਣਾ। ਕਹਿੰਦੇ ਅਨ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਹੈ ਹੀ ਨਹੀਂ ਫਿਰ ਵੀ ਵੰਡੀ ਜਾਣਾ, ਐਸਾ ਭਗਤ ਕੋਈ ਸਦਵਾਵੇ। ਐਸੀ ਭਗਤੀ ਪੱਲੇ ਕੁਛ ਨਹੀਂ ਹੈ। ਰੱਬ ਦੇ ਨਾਂ ਤੇ ਕਹਿੰਦੇ ਮੈਂ ਵੰਡ ਕੇ ਆ ਗਿਆ। ਨਾਨੂ ਨੂੰ ਪਤਾ ਸੀ, ਨਾਨੀ ਨੇ ਸਬਰ ਦਾ ਘੁੱਟ ਭਰਿਆ, ਪਰ ਨਾਲ ਚਿੰਤਾ ਸੀ ਵੀ ਕੱਲ ਦੀ ਘੁੰਗਣੀਆਂ ਕਿਵੇਂ ਤਿਆਰ ਕਰਾਂਗੇ, ਕਿੱਦਾਂ ਕੱਲ ਦੀ ਕਿਰਤ ਵਾਸਤੇ ਪੈਸੇ ਚਾਹੀਦੇ। ਇਸ ਢੰਗ ਦੇ ਨਾਲ ਕਿਰਤ ਕਰਦੇ ਰਹੇ, ਰੋਜ਼ ਦੀ ਕਿਰਤ ਚੱਲਦੀ ਰਹੀ। ਪਿੰਡ ਵਾਸਰਕੇ ਤੋਂ ਪਿਛਲੇ ਹੋਰ ਪਿੰਡਾਂ ਤੋਂ ਸੰਗਤਾਂ ਆਉਂਦੀਆਂ। ਜਿਸ ਰਸਤੇ 'ਤੇ ਸੰਗਤਾਂ ਗੋਇੰਦਵਾਲ ਸਾਹਿਬ ਜਾਂਦੀਆਂ, ਉਸ ਰਸਤੇ 'ਤੇ ਖੜ੍ਹੇ ਹੋ ਜਾਂਦੇ। ਸੰਗਤਾਂ ਛੋਟੇ ਬੱਚੇ ਨੂੰ ਵੇਖ ਕੇ ਘੁੰਗਣੀਆਂ ਖਰੀਦ ਲੈਣੀਆਂ ਔਰ ਛੇਤੀ ਫਰੀ ਹੋ ਜਾਣਾ। ਜਦੋਂ 2-4 ਦਿਨ ਛੇਤੀ ਕਿਰਤ ਕਰਕੇ ਘਰ ਆਏ ਅਤੇ ਨਾਨੀ ਨੂੰ ਕੋਈ ਬੇਨਤੀ ਕਰਨੀ, ਨਾਨੀ ਜੀ ਮੈਨੂੰ ਆਗਿਆ ਦਿਓਗੇ ਵੀ ਸੰਗਤਾਂ ਗੋਇੰਦਵਾਲ ਸਾਹਿਬ ਸੇਵਾ ਚੱਲਦੀ ਹੈ, ਉੱਥੇ ਜਾਣੀਆਂ, ਮੈਨੂੰ ਵੀ ਜਾਣ ਦੀ ਇਜਾਜ਼ਤ ਦੇ ਦਿਓ। ਵੀ ਜੇ ਸੰਗਤਾਂ ਜਿਹੜੀਆਂ ਨੇ ਨਾ ਉੱਥੇ ਜਾਣੀਆਂ ਨੇ, ਮੈਂ ਵੀ ਨਾਲ ਚਲਿਆ ਜਾਇਆ ਕਰਾਂਗਾ, ਛੇਤੀ ਕਿਰਤ ਕਰਕੇ ਨਾਲ ਸੰਗਤਾਂ ਦੇ ਨਾਲ ਤੁਰ ਜਾਇਆ ਕਰਾਂਗਾ। ਨਾਨੀ ਨੇ ਕਿਹਾ ਕੋਈ ਨਹੀਂ, ਬੜਾ ਚੰਗਾ ਹੋਵੇ ਵੀ ਉੱਥੇ ਜਾ ਕੇ ਸੇਵਾ ਕਰੇ। ਘੁੰਗਣੀਆਂ ਸਵੇਰੇ ਤਿਆਰ ਕਰਨੀਆਂ, ਸਾਜਰੇ ਵੇਚ ਕੇ ਆ ਜਾਣੀਆਂ। ਜਿਹੜੀਆਂ ਸੰਗਤਾਂ ਜਾਣੀਆਂ ਉਹਨਾਂ ਨਾਲ ਭਾਈ ਜੇਠਾ ਜੀ ਨੇ ਪਿੰਡ ਵਾਸਰਕੇ ਤੋਂ ਗੋਇੰਦਵਾਲ ਸਾਹਿਬ ਚਲੇ ਜਾਣਾ। ਗੋਇੰਦਵਾਲ ਸਾਹਿਬ ਬਾਬਾ ਅਮਰਦਾਸ ਜੀ ਨੂੰ ਸੇਵਾ ਮਿਲੀ ਸੀ ਨਗਰ ਵਸਾਉਣ ਦੀ। ਆਓ ਕਿ ਉਸ ਵੇਲੇ ਨਗਰ ਦੀ ਉਸਾਰੀ ਕਰਾ ਰਹੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ। ਉਸਦੀ ਜਿਹੜੀ ਅਗਵਾਈ ਕਰ ਰਹੇ ਸਨ ਬਾਬਾ ਅਮਰਦਾਸ ਜੀ ਕਰ ਰਹੇ ਸਨ। ਉੱਥੇ ਜਾਣਾ, ਉੱਥੇ ਜਾ ਕੇ ਪੂਰਾ ਦਿਨ ਸੇਵਾ ਕਰਨੀ, ਸੇਵਾ ਕਰਕੇ ਸ਼ਾਮੀ ਫਿਰ ਘਰ ਆ ਜਾਣਾ ਸੰਗਤਾਂ ਦੇ ਨਾਲ। ਸੰਗਤਾਂ ਵਾਪਸ ਪਰਤਦੀਆਂ, ਸੇਵਾ ਕਰਕੇ ਨਾਲ ਆ ਜਾਣਾ। ਇਸ ਤਰ੍ਹਾਂ ਉਹਨਾਂ ਦੇ ਇਹ 5 ਸਾਲ ਲਗਾਤਾਰ ਉਹਨਾਂ ਨੇ ਗੋਇੰਦਵਾਲ ਸਾਹਿਬ ਜਾਂਦੇ ਰਹੇ, ਆਉਂਦੇ ਰਹੇ, ਸੇਵਾ ਚੱਲਦੀ ਰਹੀ। ਰੱਬ ਦੀ ਕਰਨੀ 12 ਸਾਲ ਦੀ ਉਮਰ ਹੋਈ ਆਪ ਜੀ ਦੀ, ਨਾਨੀ ਜੀ ਅਕਾਲ ਚਲਾਣਾ ਕਰ ਗਏ। ਇਹਨੂੰ ਕਹਿੰਦੇ ਨੇ ਉਸ ਰੱਬ ਦੀ ਰਜ਼ਾ। ਮੈਂ ਕਹਿੰਦੇ ਜੋ ਦੁੱਖ ਗੁਰੂ ਰਾਮਦਾਸ ਮਹਾਰਾਜ ਨੇ ਦੇਖੇ, ਪਰ ਉਹਨਾਂ ਨੇ ਕਦੇ ਵੀ ਟਹਿੰਦੀ ਕਲਾ ਵਾਲਾ ਮਾਰਗ ਨਹੀਂ ਅਪਣਾਇਆ। ਉਹ ਚੜ੍ਹਦੀ ਕਲਾ ਵਿੱਚ ਹੀ ਰਹੇ। ਹੁਣ ਨਾਨੀ ਜੀ ਸਾਰਾ ਸਨ। ਨਾਨੀ ਭਾਈ ਜੇਠੇ ਦਾ ਸਾਰਾ ਸੀ, ਭਾਈ ਜੇਠਾ ਨਾਨੀ ਦਾ ਸਾਰਾ ਸੀ। ਇੱਕ ਦੂਜੇ ਨਾਲ ਜੀਵਨ ਬਸਰ ਹੋ ਰਿਹਾ ਸੀ। ਬਾਰਾਂ ਸਾਲ ਦੀ ਉਮਰ ਨਾਨੀ ਜੀ ਅਕਾਲ ਚਲਾਣਾ ਕਰ ਗਏ। ਸਾਰਾ ਪਿੰਡ ਫਿਰ ਇਕੱਠਾ ਹੋਇਆ, ਸੰਸਕਾਰ ਹੋਇਆ, ਉਹਨਾਂ ਦੀ ਕਿਰਿਆ ਕੀਤੀ ਗਈ। ਬਾਬਾ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਆਪਣੇ ਨਾਲ ਹੀ ਲੈ ਗਏ। ਇਹ ਪੁਰਖਾ ਤੂੰ ਹੁਣ ਇੱਥੇ ਕੀ ਕਰਨਾ, ਚੱਲ ਸਾਡੇ ਨਾਲ। ਗੋਇੰਦਵਾਲ ਸਾਹਿਬ ਉੱਥੇ ਨਗਰ ਦੀ ਉਸਾਰੀ ਚੱਲ ਰਹੀ ਸੀ, ਉੱਥੇ ਘਰ ਬਣਾਏ ਸਨ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਸਦਕਾ। ਤਾਂ ਉੱਥੇ ਲੈ ਗਏ ਅਤੇ ਉੱਥੇ ਹੀ ਰਹਿਣ ਬਸੇਰਾ ਕਰ ਲਿਆ। ਉੱਥੇ ਵੀ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਜੇਠਾ ਜੀ ਨੇ ਗੁਰੂ ਘਰ ਦੀਆਂ ਰੋਟੀਆਂ 'ਤੇ ਨਹੀਂ ਰਹੇ, ਗੁਰੂ ਘਰ ਦੇ ਲੰਗਰ 'ਤੇ ਨਹੀਂ ਰਹੇ, ਸਗੋਂ ਉੱਥੇ ਜਾ ਕੇ ਵੀ ਘੁੰਗਣੀਆਂ ਦੀ ਕਿਰਤ ਕਰਨੀ। ਅਤੇ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਛੋਟੀ ਮੋਟੀ ਦੁਕਾਨ ਪਾ ਲਈ ਸੀ ਭਾਈ ਜੇਠਾ ਜੀ ਨੇ ਅਤੇ ਆਪਣੀ ਦੁਕਾਨਦਾਰੀ ਕਰਦੇ ਰਹੇ, ਕਿਉਂਕਿ ਪਿਤਾ ਜੀ ਵੀ ਦੁਕਾਨਦਾਰੀ ਕਰਦੇ ਸਨ ਪਹਿਲਾਂ। ਇਸ ਤਰ੍ਹਾਂ ਉੱਥੇ ਸੇਵਾ ਕਰਦੇ ਰਹੇ। ਸੇਵਾ ਕਰਦੇ ਕਰਦੇ ਸਮਾਂ ਆਇਆ ਕਿ 1552 ਵਿੱਚ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ। ਆਪ ਜੀ ਗੁਰੂ ਨਾਨਕ ਦੀ ਗੱਦੀ ਦੇ 3ਜੇ ਵਾਰਿਸ ਬਣੇ। ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਗੁਰਗੱਦੀ ਪ੍ਰਾਪਤ ਹੋ ਗਈ ਅਤੇ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਰਹਿੰਦੇ ਸਨ। ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਬਾਬਾ ਅਮਰਦਾਸ ਜੀ ਨੂੰ ਗੱਦੀ ਦਿੱਤੀ, ਨਾਲ ਹੁਕਮ ਕਰ ਦਿੱਤਾ ਵੀ ਖੰਡੂਰ ਸਾਹਿਬ ਦੇ ਵਿੱਚ ਨਹੀਂ ਰਹਿਣਾ, ਤੁਸੀਂ ਜਾ ਕੇ ਗੋਇੰਦਵਾਲ ਸਾਹਿਬ ਨਗਰ ਵਿੱਚ ਰਹਿਣਾ। ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਾਣਦੇ ਸਨ ਕਿ ਪੁੱਤਰਾਂ ਨੂੰ ਗੱਦੀ ਨਹੀਂ ਮਿਲੀ। ਗੱਦੀ ਜਿਹੜੀ ਹੈ ਉਹ ਬਾਬਾ ਅਮਰਦਾਸ ਨੂੰ ਮਿਲੀ ਹੈ ਅਤੇ ਉਹਨਾਂ ਨੇ ਨਫ਼ਰਤ ਕਰਨੀ ਹੈ, ਈਰਖਾ ਕਰਨੀ ਹੈ। ਅਤੇ ਗੁਰੂ ਪਿਤਾ ਨਹੀਂ ਚਾਹੁੰਦੇ ਕਿ ਜਿਹੜਾ ਗੁਰੂ ਹੈ
ਉਹ ਕਿਸੇ ਦੀ ਈਰਖਾ ਦਾ ਸ਼ਿਕਾਰ ਹੋਵੇ, ਕਿਉਂਕਿ ਈਰਖਾਲੂ ਜਿਹੜੇ ਬੰਦੇ ਨੇ ਉਹ ਬੜੇ ਭੈੜੇ ਹੁੰਦੇ ਆ। ਫਿਰ ਵੀ ਤੁਸੀਂ ਵੇਖੋ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾ ਜਾਂਦੇ ਆ, ਗੁਰੂ ਅਮਰਦਾਸ ਮਹਾਰਾਜ ਨੂੰ ਗੱਦੀ ਮਿਲਦੀ ਹੈ, ਤਾਂ ਉਸ ਵੇਲੇ ਜਦੋਂ ਗੱਦੀ 'ਤੇ ਵਿਰਾਜਮਾਨ ਹੁੰਦੇ ਨੇ ਤਾਂ ਬਾਬਾ ਦਾਤੂ ਜੀ ਨੇ ਬਾਬਾ ਅਮਰਦਾਸ ਨੂੰ ਲੱਤ ਮਾਰ ਹੀ ਦਿੱਤੀ ਵੀ ਸਾਡਾ ਹੱਕ, ਤੁਸੀਂ ਗੱਦੀ 'ਤੇ ਬਹਿ ਗਏ, ਇਹ ਤਾਂ ਸਾਡੇ ਪਿਤਾ ਸਨ ਗੁਰੂ ਅੰਗਦ ਦੇਵ, ਸਾਨੂੰ ਗੱਦੀ ਮਿਲਣੀ ਚਾਹੀਦੀ ਸੀ। ਅਤੇ ਉਹਨਾਂ ਨੂੰ ਬੜੀ ਤੇਜ਼ ਲੱਤ ਮਾਰੀ, ਪਰ ਬਾਬਾ ਅਮਰਦਾਸ ਜੀ ਨੇ ਉਹਨਾਂ ਦੀ ਪੈਰ ਫੜ ਕੇ ਕਿਹਾ ਵੀ ਮੇਰਾ ਸਰੀਰ ਕਠੋਰ ਹੈ, ਤੁਹਾਡੇ ਚਰਨ ਜਿਹੜੇ ਨੇ ਬੜੇ ਮ੍ਰਿਦੁਲ ਹਨ, ਆਓ ਕਿ ਤੁਹਾਨੂੰ ਸੱਟ ਵੱਜੀ ਹੋਵੇਗੀ, ਇਸ ਲਈ ਤੁਸੀਂ ਮੈਨੂੰ ਖਿਮਾ ਕਰ ਦਿਓ। ਐਡੀ ਨਿਮਰਤਾ ਸੀ ਬਾਬਾ ਅਮਰਦਾਸ ਦੇ ਵਿੱਚ। ਔਰ ਇਸ ਕਰਕੇ ਜਦੋਂ 1552 ਵਿੱਚ ਗੱਦੀ ਮਿਲੀ, ਆਪ ਖਡੂਰ ਸਾਹਿਬ ਛੱਡ ਗੋਇੰਦਵਾਲ ਸਾਹਿਬ ਦੇ ਵਿੱਚ ਆ ਕੇ ਰਹਿਣ ਲੱਗ ਪਏ। ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪ ਜੀ ਨੂੰ ਗੁਰਗੱਦੀ ਮਿਲੀ ਅਤੇ ਗੋਇੰਦਵਾਲ ਸਾਹਿਬ ਨਗਰ ਦਾ ਹੋਰ ਵਿਕਾਸ ਕਰਨ ਵਾਸਤੇ ਜਿਵੇਂ ਬੋਲੀ ਸਾਹਿਬ ਦੀ ਸੇਵਾ ਆਰੰਭ ਕੀਤੀ, ਉਸ ਦੀ ਸੇਵਾ ਚੱਲ ਰਹੀ ਸੀ, ਉਹਦੇ ਵਿੱਚੋਂ ਮਿੱਟੀ ਕੱਢਣੀ ਸੀ, ਗਾਰਾ ਕੱਢਣਾ ਸੀ। ਤਾਂ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਅਤੇ ਉਹਨਾਂ ਦੇ ਮਹਿਲ ਉਹਨਾਂ ਕੋਲ ਬੈਠੇ ਸਨ ਅਤੇ ਉਹਨਾਂ ਨੇ ਗੱਲ ਕੀਤੀ ਕਿ ਸਾਡੀ ਬੱਚੀ ਬੀਬੀ ਭਾਣੀ ਜਵਾਨ ਹੋ ਗਈ ਹੈ, ਉਸ ਦੇ ਵਾਸਤੇ ਕੋਈ ਵਰ ਵੇਖੋ। ਉਸ ਵੇਲੇ ਭਾਈ ਜੇਠਾ ਜੀ ਗਾਰ ਨਾਲ ਸਾਰਾ ਸਰੀਰ ਲਿਬੜਿਆ ਹੋਇਆ, ਸਿਰ 'ਤੇ ਗਾਰ ਦਾ ਟੋਕਰਾ ਹੈ, ਉਸ ਟੋਕਰੇ ਨੂੰ ਲੈ ਜਾ ਰਹੇ ਹਨ ਅਤੇ ਬਾਬੇ ਅਮਰਦਾਸ ਨੇ ਪੁੱਛਿਆ ਆਪਣੇ ਮਹਿਲਾਂ ਨੂੰ ਕਿੱਦਾਂ ਦਾ ਵਰ ਚਾਹੀਦਾ ਬੀਬੀ ਭਾਣੀ ਵਾਸਤੇ? ਕਹਿੰਦੇ ਜਿੱਦਾਂ ਦਾ ਇਹ ਬੱਚਾ ਜਾ ਰਿਹਾ ਭਾਈ ਜੇਠਾ। ਅਤੇ ਹੱਸ ਕੇ ਕਹਿੰਦੇ ਬਾਬਾ ਅਮਰਦਾਸ ਜੀ ਵੀ ਜੇਠੇ ਵਰਗਾ ਤਾਂ ਭਾਈ ਜੇਠਾ, ਆਪਾਂ ਜੇਠੇ ਨਾਲ ਹੀ ਵਿਆਹ ਕਰ ਦਿੰਦੇ। ਆਖਣਾ ਮੈਂ ਇਹ ਥੋੜ੍ਹੀ ਕਿਹਾ ਸੀ ਤੁਹਾਨੂੰ ਵੀ ਤੁਸੀਂ ਜੇਠੇ ਨਾਲ, ਮੈਂ ਕਹਿੰਦਾ ਇੱਦਾਂ ਦਾ ਵਰ ਚਾਹੀਦਾ। ਕਹਿੰਦੇ ਇੱਦਾਂ ਦਾ ਤਾਂ ਫਿਰ ਇਹੀ ਹੈ। ਭਾਈ ਜੇਠਾ ਜੀ ਨਾਲ 1553 ਵਿੱਚ ਗੁਰਗੱਦੀ ਮਿਲਣ ਤੋਂ 1 ਸਾਲ ਬਾਅਦ ਬੀਬੀ ਭਾਣੀ ਦੇ ਨਾਲ ਭਾਈ ਜੇਠੇ ਜੀ ਦਾ ਆਨੰਦ ਕਾਰਜ ਹੋ ਗਿਆ। ਤੁਸੀਂ ਵੇਖੋ ਗੁਰੂ ਸਾਹਿਬ ਜੀ ਨੇ ਕਿਤਨੀ ਦਿਆਲਤਾ ਕੀਤੀ। ਲੋਕ ਜਦੋਂ ਆਪਣੀ ਬੱਚੀਆਂ ਦੇ ਵਿਆਹ ਕਰਦੇ ਨਾ, ਉਹ ਬੈਕਗਰਾਊਂਡ ਵੇਖਦੇ, ਮਾਤਾ ਪਿਤਾ ਕੀ ਕਰਦੇ, ਕਾਰੋਬਾਰ ਕੀ ਹੈ, ਬਿਜ਼ਨਸ ਕਿੰਨਾ ਵੱਡਾ ਹੈ। ਅਸੀਂ ਬੱਚਿਆਂ ਦਾ ਵਿਆਹ ਥੋੜ੍ਹੀ ਕਰਦੇ, ਬਿਜ਼ਨਸ ਦਾ ਵਿਆਹ ਕਰਦੇ। ਅਸਲ ਬੱਚਿਆਂ ਦਾ ਵਿਆਹ ਜੇ ਹੋਇਆ ਸੀ ਤਾਂ ਭਾਈ ਜੇਠੇ ਜੀ ਦਾ ਹੋਇਆ ਸੀ। ਸਾਡੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ, ਸਾਡੇ ਤਾਂ ਬਿਜ਼ਨਸ ਦੇ ਵਿਆਹ ਹੁੰਦੇ। ਡਾਕਟਰ ਹੈ, ਵਕੀਲ ਹੈ, ਕੀ ਕਰਦਾ ਹੈ, ਕੀ ਕਾਰੋਬਾਰ ਹੈ, ਕਿਤਨੇ ਪੈਸੇ ਨੇ। ਉੱਥੇ ਪਤਾ ਹੈ ਬਾਬੇ ਅਮਰਦਾਸ ਨੂੰ ਨਾ ਮਾਤਾ ਪਿਤਾ ਨੇ, ਨਾ ਕੋਈ ਕਾਰੋਬਾਰ ਹੈ, ਨਾ ਕੋਈ ਜਿੱਦੀ ਇਤਨੀ ਜਾਇਦਾਦ ਇਹਨਾਂ ਕੋਲ ਹੈ। ਹਾਂ, ਇੱਕ ਚੀਜ਼ ਪਤਾ ਹੈ ਕਿ ਇਹਨਾਂ ਵਿੱਚ ਜਿਹੜੇ ਗੁਣ ਨੇ ਉਹ ਹੋਰ ਕਿਸੇ ਵਿੱਚ ਨਹੀਂ। ਇਹ ਗੁਣਾਂ ਦੇ ਸਮੁੰਦਰ ਨੇ। ਬਾਬੇ ਅਮਰਦਾਸ ਨੇ ਭਾਈ ਜੇਠਾ ਜੀ ਵਿੱਚ ਗੁਣ ਦੇਖੇ, ਜੋ ਨਿਮਰਤਾ, ਜੋ ਹਲੀਮੀ, ਜੋ ਸਹਿਜ ਸੁਭਾਅ, ਔਰ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਵਾਲਾ ਜਿਹੜਾ ਕਿਰਦਾਰ ਹੈ। ਕਿਤਨੇ ਦੁੱਖ ਜੀਵਨ 'ਚ ਆਏ ਪਰ ਅਡੋਲ ਰਹਿ ਕੇ ਉਹਨਾਂ ਦੁੱਖਾਂ ਨੂੰ ਸਹਾਰਿਆ। ਤੋ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਹੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਅਤੇ ਉਹਨਾਂ ਸੇਵਾ ਅਤੇ ਸਿਮਰਨ, ਗੁਰੂ ਨਾਨਕ ਦੇ ਮਿਸ਼ਨ ਦੀ 2 ਚੀਜ਼ਾਂ ਨੇ, 2 ਖੰਭ ਨੇ। ਜਿਵੇਂ ਕੋਈ ਪੰਛੀ ਨੇ ਉਡਾਰੀ ਮਾਰਨੀ ਹੋਵੇ ਨਾ, ਤਾਂ ਉਸਨੂੰ 2 ਖੰਭਾਂ ਦੀ ਲੋੜ ਹੁੰਦੀ ਹੈ। ਅਤੇ ਉਹ 2 ਖੰਭ ਨੇ ਸਿੱਖੀ ਦੇ ਅੰਦਰ ਸੇਵਾ ਅਤੇ ਸਿਮਰਨ। ਸੇਵਾ ਅਤੇ ਸਿਮਰਨ ਦੇ ਵਿੱਚ ਭਾਈ ਜੇਠਾ ਜੀ ਬਿਲਕੁਲ ਨਿਪੁੰਨ ਨੇ, ਅਤੇ ਬੀਬੀ ਭਾਣੀ ਵੀ ਸੇਵਾ ਵਿੱਚ ਘੱਟ ਨਹੀਂ, ਉਹ ਵੀ ਸੇਵਾ ਦੇ ਬੜੇ ਪੁੰਜ ਨੇ। ਪਿਆਰ ਵਾਲਿਓ, ਦੋਨਾਂ ਦਾ ਵਿਆਹ ਹੋ ਗਿਆ। ਪਹਿਲਾਂ ਅਲੱਗ-ਅਲੱਗ ਸੇਵਾ ਕਰਦੇ ਸੀ, ਹੁਣ ਦੋਨੋਂ ਰਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਦੇ ਹੈ। ਸਵੇਰੇ ਉੱਠਦੇ ਨੇ, ਇਸ਼ਨਾਨ ਕਰਾਉਂਦੇ ਨੇ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਅਤੇ ਬੀਬੀ ਭਾਣੀ ਵੀ ਨਾਲ ਸੇਵਾ ਕਰਦੀ ਹੈ। ਇਸ ਤਰ੍ਹਾਂ ਸੇਵਾ ਕਰਦੇ ਕਰਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ। 1557 ਵਿੱਚ ਬੀਬੀ ਭਾਣੀ ਦੀ ਕੁੱਖ ਨੂੰ ਭਾਗ ਲੱਗੇ ਪਹਿਲਾ ਪੁੱਤਰ ਬਾਬਾ ਪ੍ਰਿਥੀ ਚੰਦ ਦਾ ਜਨਮ ਹੋਇਆ। ਫਿਰ 1560 ਦੇ ਅੰਦਰ ਦੂਜੇ ਪੁੱਤਰ ਮਹਾਦੇਵ ਜੀ ਦਾ ਜਨਮ ਹੋਇਆ।
1563 ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਪੁੱਤਰ ਦਾ ਜਨਮ ਹੋਇਆ। ਘਰ ਦੇ ਵਿੱਚ 3 ਸੰਤਾਨਾਂ ਹੋਈਆਂ। ਔਰ ਤੁਸੀਂ ਵੇਖੋ ਕਿ ਬਾਬੇ ਅਮਰਦਾਸ ਜੀ ਦਾ ਜਿਹੜਾ ਬਹੁਤਾ ਲਗਾਓ ਸੀ ਉਹ ਆਪਣੇ ਛੋਟੇ ਦੋਤਰੇ ਨਾਲ ਭਾਉ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸੀ। ਔਰ ਬਚਪਨ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਦੋਹੇਤਾ ਬਾਣੀ ਕਾ ਬੋਹਿਤਾ। ਹੁਣ ਸੇਵਾ ਕਰਦੇ ਕਰਦੇ 1574 ਦਾ ਵਕਤ ਆ ਗਿਆ। ਇੱਕ ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਮਿਲਦਾ ਹੈ, ਪਰ ਇਹ ਘਰ ਵੱਲੋਂ ਸਿੱਖ ਦੀ ਪਰਖ ਕੀਤੀ ਜਾਂਦੀ ਹੈ ਵੀ ਇਸ ਨੂੰ ਦੇਈਏ ਕਿ ਨਾ ਦੇਈਏ, ਇਸ ਵਸਤੂ ਦਾ ਇਹ ਹੱਕਦਾਰ ਹੈ ਕਿ ਨਹੀਂ। ਕਿਉਂਕਿ ਸਤਿਗੁਰ ਤਾਂ ਹਮੇਸ਼ਾ ਦਿਆਲੂ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈਏ। ਜਿਤਨਾ ਕੋਈ ਪ੍ਰੇਮ ਕਰਦਾ ਹੈ ਨਾ ਉਤਨਾ ਫਲ ਪ੍ਰਾਪਤ ਹੋ ਜਾਂਦਾ ਹੈ। ਗੱਲ ਤਾਂ ਪ੍ਰੇਮ ਦੀ ਹੈ। ਬਾਬੇ ਅਮਰਦਾਸ ਜੀ ਨੇ ਆਪਣੇ ਦੋਵੇਂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਉਹਨਾਂ ਦੀ ਵੀ ਪਰਖ ਕੀਤੀ, ਪਰ ਆਪ ਜੀ ਦੀ ਪਰਖ ਕਸਵੱਟੀ ਦੇ ਵਿੱਚ ਉਹ ਵੀ ਪੂਰੇ ਨਹੀਂ ਉਤਰੇ। ਜਦੋਂ ਉਹਨਾਂ ਨੇ ਜਾਣ ਲਿਆ ਵੀ ਉਸ ਕਸਵੱਟੀ ਦੇ ਯੋਗ ਨਹੀਂ, ਗੁਰੂ ਨਾਨਕ ਦੀ ਗੱਦੀ ਦੇ ਲਾਇਕ ਜਿਹੜਾ ਹੋਵੇ, ਕਿਉਂਕਿ ਤਖਤ ਰਾਜਾ ਸੋ ਬਹਿ ਜੋ ਤਖਤ ਹੈ ਲਾਇਕ। ਤਖਤ ਤੇ ਉਹੀ ਰਾਜਾ ਬਹਿਣਾ ਚਾਹੀਦਾ ਜਿਹੜਾ ਤਖਤ ਦੇ ਯੋਗ ਹੋਵੇ। ਜਿਹੜਾ ਯੋਗ ਹੀ ਨਹੀਂ, ਉਹਨੂੰ ਬਿਠਾ ਕੇ ਕੋਈ ਲਾਭ ਵੀ ਨਹੀਂ, ਕਿ ਉਸਨੇ ਖਰਾਬੀ ਕਰਨੀ। ਫਿਰ ਆਪਣੇ ਦੋਨੇ ਜਵਾਈਆਂ ਦੀ ਪਰਖ ਕੀਤੀ, ਕਿਉਂਕਿ ਬਾਬਾ ਅਮਰਦਾਸ ਜੀ ਦੇ 2 ਪੁੱਤਰੀਆਂ ਸਨ, ਬੀਬੀ ਦਾਨੀ ਜੀ ਤੇ ਬੀਬੀ ਭਾਣੀ ਜੀ। ਬੀਬੀ ਦਾਨੀ ਜੀ ਦੇ ਪਤੀ ਸਨ ਭਾਈ ਰਾਮਾ ਜੀ, ਤੇ ਬੀਬੀ ਭਾਣੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ। ਦੋਨਾਂ ਦੀ ਪਰਖ ਕੀਤੀ ਗਈ। ਪਰਖ ਕਰਨ ਦਾ ਗੁਰੂ ਦਾ ਆਪਣਾ ਢੰਗ ਹੈ। ਗੁਰੂ ਸਾਹਿਬ ਜੀ ਨੇ ਦੋਨੋਂ ਹੀ ਜਵਾਈਆਂ ਨੂੰ ਸੱਦਿਆ ਆਪਣੇ ਕੋਲ ਔਰ ਆਖਿਆ ਕਿ ਸਾਡੇ ਬੈਠਣ ਯੋਗ ਸੋਹਣਾ ਜਿਹਾ ਥੜਾ ਬਣਾਓ। ਔਰ ਜਿੱਥੇ ਥੜਾ ਬਣਾਉਣਾ ਸੀ ਉੱਥੇ ਬਾਬੇ ਅਮਰਦਾਸ ਜੀ ਨੇ ਲਕੀਰ ਖਿੱਚ ਦਿੱਤੀ ਵੀ ਭਾਈ ਰਾਮਨ ਜੀ ਤੁਸੀਂ ਇੱਥੇ ਥੜਾ ਬਣਾਉਣਾ। ਜਿੱਥੇ ਭਾਈ ਜੇਠਾ ਜੀ ਨੇ ਬਣਾਉਣੇ ਸੀ ਉੱਤੇ ਵੀ ਲਕੀਰ ਖਿੱਚ ਦਿੱਤੀ, ਤੁਸੀਂ ਇੱਥੇ ਥੜਾ ਬਣਾਉਣਾ। ਸਵੇਰੇ ਲਕੀਰਾਂ ਖਿੱਚ ਕੇ, ਲਕੀਰਾਂ ਪਾ ਕੇ ਬਾਬਾ ਅਮਰਦਾਸ ਜੀ ਚਲੇ ਜਾਂਦੇ ਨੇ। ਸ਼ਾਮ ਨੂੰ ਜਦੋਂ ਆਉਂਦੇ ਨੇ, ਪਹਿਲਾਂ ਭਾਈ ਰਾਮਾ ਜੀ ਦੇ ਥੜੇ ਕੋਲ ਆਉਂਦੇ ਨੇ ਤੇ ਆਉਂਦੇ ਸਾਰ ਕਹਿੰਦੇ ਨੇ ਥੜਾ ਠੀਕ ਨਹੀਂ ਬਣਿਆ, ਢਾਹ ਦਿਓ। ਬੜਾ ਔਖਾ ਹੋਇਆ ਭਾਈ ਰਾਮਾ ਜੀ ਨੂੰ, ਕਿਉਂਕਿ ਗੁਰੂ ਸਾਹਿਬ ਜੀ ਤਾਂ ਫੇਸ ਪੜ੍ਹ ਰਹੇ ਸਨ, ਦੇਖ ਰਹੇ ਸਨ ਵੀ ਜਦੋਂ ਮੈਂ ਬਚਨ ਕਹਾਂਗਾ ਕਿੱਦਾਂ ਦਾ ਅੰਦਰੋਂ ਜਵਾਬ ਹੋਏਗਾ। ਢਾਹ ਦਿੱਤਾ। ਭਾਈ ਜੇਠਾ ਜੀ ਕੋਲ ਗਏ ਤੇ ਜਾ ਕੇ ਕਿਹਾ ਵੀ ਥੜਾ ਠੀਕ ਨਹੀਂ ਬਣਿਆ। ਮਹਾਰਾਜ ਮੈਂ ਅਲਪਗ ਹਾਂ, ਅਗਿਆਨੀ ਹਾਂ, ਬੇਸਮਝ ਹਾਂ, ਤੁਸੀਂ ਦੱਸ ਕੇ ਸਹੀ ਗਏ ਸੀ ਪਰ ਮੈਂ ਭੁੱਲ ਗਿਆ, ਮੇਰੇ ਕੋਲੋਂ ਗਲਤ ਬਣ ਗਿਆ, ਢਾਹ ਦਿਓ। ਢਾਹ ਦਿੱਤਾ। ਇਸ ਤਰ੍ਹਾਂ 3 ਦਿਨ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਥੜੇ ਬਣਵਾਉਂਦੇ ਰਹੇ। ਤੀਜੇ ਦਿਨ ਕਹਿੰਦੇ ਭਾਈ ਰਾਮਾ ਜਦੋਂ ਸ਼ਾਮ ਨੂੰ ਆ ਕੇ ਆਖਿਆ ਵੀ ਥੜਾ ਜਿਹੜਾ ਠੀਕ ਨਹੀਂ ਬਣਿਆ ਢਾਹ ਦਿਓ, ਤੇ ਉਹ ਕਲਪ ਗਿਆ। ਔਖਾ ਹੋ ਗਿਆ। 95 ਸਾਲ ਦੀ ਉਮਰ ਹੋ ਗਈ ਤੁਹਾਡੀ। ਸਵੇਰੇ ਕਹਿ ਕੇ ਕੁਝ ਹੋਰ ਜਾਂਦੇ ਹੋ, ਸ਼ਾਮੀ ਕਹਿੰਦੇ ਹੋ ਇਹ ਠੀਕ ਨਹੀਂ ਬਣਿਆ, ਇਸ ਤੋਂ ਵਧੀਆ ਮੈਂ ਨਹੀਂ ਬਣਾ ਸਕਦਾ। ਜਿਵੇਂ ਸਾਡੇ ਬੱਚੇ ਜਵਾਬ ਦਿੰਦੇ ਨਾ, ਮੇਰੇ ਕੋਲੋਂ ਨਹੀਂ ਵਧੀਆ ਹੋਣਾ ਕੰਮ, ਤੁਸੀਂ ਜਿੱਦਾਂ ਮਰਜ਼ੀ ਕਰਾ ਲਓ ਜਾ ਕੇ। ਭਾਈ ਰਾਮਾ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਇਸ ਤੋਂ ਵਧੀਆ ਮੇਰੇ ਕੋਲੋਂ ਨਹੀਂ ਬਣਨਾ, ਮੈਂ ਬਹੁਤ ਸੋਹਣਾ ਤੇ ਯੋਗ ਥੜਾ ਬਣਾਇਆ। ਇਹੀ ਗੱਲ ਜਦੋਂ ਭਾਈ ਜੇਠਾ ਜੀ ਨੂੰ ਜਾ ਕੇ ਬਾਬਾ ਅਮਰਦਾਸ ਜੀ ਹੁਣਾਂ ਨੇ ਕਹੀ ਤੇ ਮਹਾਰਾਜ ਜੀ ਦੇ ਚਰਨ ਫੜ ਲਏ, ਸੱਚੇ ਪਾਤਸ਼ਾਹ ਵੀ ਮੇਰੇ ਕੋਲ ਮੱਤ ਘੱਟ ਹੈ, ਤੁਸੀਂ ਸਹੀ ਦੱਸ ਕੇ ਜਾਂਦੇ ਹੋ, ਮੈਂ ਭੁੱਲ ਜਾਂਦਾ ਤੇ ਥੜਾ ਗਲਤ ਬਣ ਜਾਂਦਾ। ਕਿਰਪਾ ਕਰੋ ਮੇਰੀ ਭੁੱਲ ਬਖਸ਼ ਦਿਓ, ਮੈਨੂੰ ਸੁਮਤ ਬਖਸ਼ੋ ਕਿ ਮੈਂ ਵਧੀਆ ਥੜਾ ਬਣਾ ਸਕਾਂ। ਜਿਵੇਂ ਬਚਨ ਹੈ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧि ਸਮਝਾਵੋ, ਹਮ ਅਗਿਆਨ
ਅਲਪ ਮਤ ਥੋਰੀ ਤੁਮ ਆਪਨ ਵਿਰਧ ਰਖਾਵੋ। ਸੱਚੇ ਪਾਤਸ਼ਾਹ ਤੁਸੀਂ ਆਪਣਾ ਤੁਹਾਡਾ ਮੁੱਢ ਕਰੇਮਾ ਇਹ ਸੁਭਾਅ ਹੈ ਕਿ ਜਿਹੜਾ ਤੁਹਾਡੇ ਸਰਨ ਵਿੱਚ ਆ ਜਾਂਦਾ ਉਹਨੂੰ ਕੰਠ ਨਾਲ ਲਾ ਲੈਂਦੇ ਹੋ। ਤੁਸੀਂ ਕਿਰਪਾ ਕਰੋ, ਮੈਂ ਅਲਪਗ ਹਾਂ, ਅਗਿਆਨੀ ਹਾਂ, ਤੁਛ ਮਤ ਦਾ ਮਾਲਕ ਹਾਂ। ਤੁਸੀਂ ਸਹੀ ਦੱਸ ਕੇ ਜਾਂਦੇ ਹੋ, ਮੈਂ ਸ਼ਾਮ ਤੱਕ ਭੁੱਲ ਜਾਂਦਾ। ਤੇ ਕਹਿਣ ਲੱਗੇ ਸੱਚੇ ਪਾਤਸ਼ਾਹ, ਜਦੋਂ ਮਹਾਰਾਜ ਨੇ ਕਿਹਾ ਭਾਈ ਜੇਠਾ ਥੜਾ ਬੜਾ ਉੱਚਾ ਬਣਿਆ, ਮੈਂ 95 ਸਾਲ ਦੀ ਉਮਰ ਹੋ ਗਈ ਹੈ, ਬਿਰਧ ਹੋ ਗਿਆ, ਮੈਂ ਕਿਵੇਂ ਚੜਾਂਗਾ? ਤੇ ਕਹਿੰਦੇ ਨੇ ਭਾਈ ਜੇਠਾ ਜੀ ਲੰਬੇ ਪੈ ਜਾਂਦੇ ਆ। ਮਹਾਰਾਜ ਆਪਣੇ ਪਾਵਨ ਚਰਨ ਮੇਰੇ ਮੋਢੇ ਦੇ ਉੱਤੇ ਰੱਖੋ ਤੇ ਥੜੇ ਤੇ ਜਾ ਕੇ ਸਵਾਰ ਹੋ ਜਾਓ। ਜਿਵੇਂ ਲੰਬੇ ਪਏ ਭਾਈ ਜੇਠਾ ਜੀ ਕਹਿੰਦੇ ਚੁੱਕ ਕੇ ਗਲਵਕੜੀ ਵਿੱਚ ਲੈ ਲਿਆ ਤੇ ਆਖਣ ਲੱਗੇ ਬਾਬਾ ਅਮਰਦਾਸ ਜੀ, ਕਹਿੰਦੇ ਇੱਕ ਦਿਨ ਮੈਂ ਗਾਗਲ ਲੈ ਕੇ ਆ ਰਿਹਾ ਸੀ, ਜੁਲਾਹੀ ਦੇ ਘਰ ਕੋਲ ਮੈਂ ਡਿੱਗਿਆ ਸੀ। ਉਸ ਦਿਨ ਮੇਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗਲਵਕੜੀ ਵਿੱਚ ਲੈ ਲਿਆ ਸੀ। ਮੈਂ ਵੀ ਭਾਈ ਜੇਠਾ ਉਡੀਕ ਕਰਦਾ ਸੀ ਕਦੋਂ ਤੂੰ ਡਿੱਗੇ ਤੇ ਆਪਣੀ ਗਲਵਕੜੀ ਵਿੱਚ ਲੈ ਲਾ। ਅੱਜ ਗਲਵਕੜੀ ਵਿੱਚ ਲਿਆ, ਪਿਆਰ ਕੀਤਾ, ਇੱਕ ਗੱਲ ਆਖੀ ਬਾਬਾ ਅਮਰਦਾਸ ਜੀ ਨੇ, ਇਹ ਥੜਾ ਇਹ ਮਿੱਟੀ ਦਾ ਨਹੀਂ, ਮੈਂ ਤੇ ਅੰਦਰ ਦਾ ਥੜਾ ਵੇਖਣਾ ਚਾਹੁੰਦਾ ਸੀ ਵੀ ਅੰਦਰ ਥੜਾ ਤਿਆਰ ਹੋਇਆ ਕਿ ਨਹੀਂ ਹੋਇਆ। ਬਾਹਰ ਦੀਆਂ ਬਿਲਡਿੰਗਾਂ ਨਹੀਂ ਦੇਖਦਾ, ਗੁਰੂ ਮਾਫ ਕਰਨਾ, ਬਾਹਰ ਦੇ ਥੜੇ ਨਹੀਂ ਵੇਖਦਾ, ਤੁਹਾਡੇ ਅੰਦਰ ਸਬਰ ਦਾ ਥੜਾ ਬਣਿਆ ਕਿ ਨਹੀਂ ਬਣਿਆ, ਅੰਦਰ ਸੰਤੋਖ ਹੈ, ਅੰਦਰ ਤੁਹਾਡੇ ਨਿਮਰਤਾ ਹੈ, ਤੁਹਾਡੇ ਅੰਦਰ ਸਹਿਜ ਹੈ, ਤੁਹਾਡੇ ਅੰਦਰ ਹਲੇਮੀ ਹੈ। ਬਾਹਰ ਦੇ ਥੜੇ ਨਹੀਂ ਵੇਖਦਾ ਗੁਰੂ, ਅੰਦਰ ਦਾ ਥੜਾ ਵੇਖਦਾ। ਕਹਿੰਦੇ ਮੈਂ ਤੇਰੇ ਅੰਦਰੋਂ ਉਹ ਥੜਾ ਵੇਖਣਾ ਚਾਹੁੰਦਾ ਸੀ ਜਿਸ ਥੜੇ ਦੇ ਉੱਤੇ ਗੁਰੂ ਨਾਨਕ ਬੈਠੇ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਤੇ ਉਹ ਥੜਾ ਨਿਮਰਤਾ ਦਾ ਹੋ ਸਕਦਾ ਹੈ, ਸਹਿਜ ਦਾ ਹੋ ਸਕਦਾ ਹੈ, ਹਲੇਮੀ ਦਾ ਹੋ ਸਕਦਾ ਹੈ, ਸਤ ਸੰਤੋਖ ਦਇਆ ਧਰਮ ਦਾ ਹੋ ਸਕਦਾ ਹੈ, ਪਰ ਉਹ ਥੜਾ ਤੇਰੇ ਅੰਦਰ ਬਣ ਚੁੱਕਿਆ। ਇੱਕ ਦੋ ਦਿਨ ਲੰਘਿਆ, ਗੁਰੂ ਮਹਾਰਾਜ ਨੇ ਸਿੱਖਾਂ ਨੂੰ ਸੱਦਿਆ। ਭਾਈ ਜੇਠਾ ਜੀ ਨੂੰ 1574 ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ, ਇਸ਼ਨਾਨ ਕਰਾਇਆ। ਜੋ ਪ੍ਰਥਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਗੁਰਗੱਦੀ ਦੀ ਰਸਮ ਕੀਤੀ। ਭਾਈ ਸੁੰਦਰ ਜੀ ਉਹਨਾਂ ਨੇ ਉਸ ਵੇਲੇ ਦਾ ਜਿਹੜਾ ਸਮਾਂ ਸੀ ਜਦੋਂ ਗੁਰਗੱਦੀ ਦੀ ਗੱਲ ਸੀ, ਤਾਂ ਉਹ ਸੀਨ ਰਾਮਕਲੀ ਸਦਬਾਣੀ ਵਿੱਚ ਦਰਜ ਕੀਤਾ। ਬਾਬਾ ਮੋਹਨ ਜੀ ਨਹੀਂ ਝੁਕੇ। ਆਪਣੇ ਦੋਵੇਂ ਪੁੱਤਰਾਂ ਨੂੰ ਕਿਹਾ ਸੀ ਬਾਬਾ ਅਮਰਦਾਸ ਜੀ ਨੇ ਵੀ ਜਾ ਕੇ ਮੱਥਾ ਟੇਕ ਲਓ ਜੇ ਕੁਝ ਜੀਵਨ 'ਚ ਪ੍ਰਾਪਤ ਕਰਨਾ। ਬਾਬਾ ਮੋਹਨ ਜੀ ਉਹ ਨਹੀਂ ਝੁਕੇ। ਮੋਹਰੀ ਜੀ ਜਿਹੜੇ ਸਨ ਉਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਝੁਕੇ। ਮੋਹਰੀ ਪੁੱਤਰ ਸਨਮੁਖ ਹੋਵਾ ਰਾਮਦਾਸੈ ਪੈਰੀ ਪਾਏ ਜਿਉ। ਬਾਬਾ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਗੱਦੀ ਮਿਲੀ ਤੇ ਮੋਹਰੀ ਜੀ ਨੇ, ਬਾਬਾ ਮੋਹਰੀ ਜੀ ਜੋ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਸਨ, ਉਹਨਾਂ ਨੇ ਜਾ ਕੇ ਮੱਥਾ ਟੇਕਿਆ ਔਰ ਫਿਰ ਸਾਰੀ ਸੰਗਤ ਨੇ ਜਾ ਕੇ ਮੱਥਾ ਟੇਕਿਆ। ਔਰ ਗੁਰਗੱਦੀ ਬਾਰੇ ਵੀ ਭਾਈ ਸੁੰਦਰ ਜੀ ਕਹਿੰਦੇ ਨੇ ਗੁਰੂ ਰਾਮਦਾਸੈ ਤਿਲਕ ਦਿਓ ਸੱਚ ਸ਼ਬਦ ਨਿਸ਼ਾਨ ਜੀਓ। ਜੇ ਆਪਾਂ ਡੀਪਲੀ ਜਾਈਏ ਨਾ ਤਾਂ ਉਸ ਵੇਲੇ ਕਹਿੰਦੇ ਨੇ ਰਾਮਦਾਸ ਮਹਾਰਾਜ ਨੂੰ ਜਿਹੜਾ ਤਿਲਕ ਦਿੱਤਾ ਨਾ, ਉਹ ਸੱਚ ਸ਼ਬਦ ਦੀ ਨਿਸ਼ਾਨੀ ਦਾ ਦਿੱਤਾ। ਅਸੀਂ ਅੱਜ ਕਹੀ ਜਾਂਦੇ ਵੀ ਤਿਲਕ ਲਾਇਆ ਜੀ, 5 ਪੈਸੇ ਨਾਰੀਅਲ, ਇਹ ਕੀਤਾ ਉਹ ਕੀਤਾ, ਪਰ ਜੇ ਗੁਰਬਾਣੀ ਦੀ ਰੋਸ਼ਨੀ ਵਿੱਚ ਦੇਖਣਾ ਚਾਹੀਏ ਤਾਂ ਉੱਥੇ ਜੇ ਕਹਿੰਦੇ ਸੱਚ ਸ਼ਬਦ ਦੀ ਨਿਸ਼ਾਨੀ ਜਿਹੜੀ ਸੀ, ਰੂਪੀ ਤਿਲਕ ਜਿਹੜਾ ਸੀ, ਉਹ ਗੁਰੂ ਅਮਰਦਾਸ ਮਹਾਰਾਜ ਨੇ ਦਿੱਤਾ। ਜਿਹੜੀ ਬਾਣੀ ਗੁਰੂ ਅਮਰਦਾਸ ਮਹਾਰਾਜ ਕੋਲ ਸੀ, ਉਹ ਬਾਣੀ ਦੀ ਪੋਥੀ ਭਾਈ ਜੇਠਾ ਜੀ ਨੂੰ ਦਿੱਤੀ। ਅਤੇ ਸਾਰੀ ਸੰਗਤ ਨੂੰ ਆਖਿਆ ਵੀ ਮੱਥਾ ਟੇਕ ਲਓ। ਆਪ ਜੀਆਂ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ। ਇਹ ਪ੍ਰਥਾ ਪਹਿਲੀ ਵਾਰ ਹੋਈ। ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿੱਥੇ ਕਿ
ਗੁਰੂ ਨੇ ਆਪਣੇ ਚੇਲੇ ਦੇ ਚਰਨਾਂ 'ਚ ਮੱਥਾ ਟੇਕਿਆ। ਇਸ ਨੂੰ ਸੱਤਾ ਤੇ ਬਲਵੰਡ ਨੇ ਆਖਿਆ, ਕਹਿੰਦੇ ਨੇ ਉਲਟੀ ਗੰਗ ਬਾਹੇ ਓਨ ਦੁਨੀਆਈ ਆਖੇ ਕੇ ਕਿਉਂ। ਵੀ ਬਾਬੇ ਨਾਨਕ ਦੇ ਘਰ ਵਿੱਚ ਉਲਟੀ ਗੰਗਾ ਵਗ ਗਈ, ਦੁਨੀਆ ਹੀ ਕਹਿੰਦੀ ਇਹ ਕੀ ਕੀਤਾ। ਵੀ ਇੱਕ ਗੁਰੂ ਨੇ ਆਪਣੇ ਸਿੱਖ ਦੇ ਚਰਨਾਂ ਵਿੱਚ ਗੱਦੀ ਬਖਸ਼ ਕੇ ਉਹਨੂੰ ਮੱਥਾ ਟੇਕ ਦਿੱਤਾ। ਇਹ ਹੋਰ ਕਿਤੇ ਨਹੀਂ ਹੋਇਆ। ਗੁਰੂ ਗੁਰੂ ਰਹਿੰਦਾ ਸੀ, ਕਦੇ ਚੇਲਾ ਨਹੀਂ ਬਣਿਆ। ਇੱਥੇ ਗੁਰੂ ਚੇਲਾ, ਚੇਲਾ ਗੁਰੂ ਹੋਇਆ। ਤਾਂ ਹੀ ਅਸੀਂ ਪੜ੍ਹਦੇ ਹਾਂ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਕਿਉਂਕਿ ਇੱਥੇ ਆਪੇ ਗੁਰ ਚੇਲੇ ਦਾ ਕਨਸੈਪਟ ਹੈ। ਆਪੇ ਗੁਰੂ ਵੀ, ਆਪੇ ਚੇਲਾ ਵੀ ਹੈ। ਉੱਥੇ ਜਦੋਂ ਗੁਰਗੱਦੀ ਪ੍ਰਾਪਤ ਹੋ ਗਈ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਆਪ ਜੀ ਨੂੰ ਤਖਤ ਤੇ ਵਿਰਾਜਮਾਨ ਕੀਤਾ ਗਿਆ। ਅੱਜ ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਦਾ ਬੈਰਾਗ ਪ੍ਰਗਟ ਹੋਇਆ। ਉੱਥੇ ਦੋ ਚੀਜ਼ਾਂ ਯਾਦ ਰੱਖਣੀਆਂ। ਜਿਹੜਾ ਰਾਮਕਲੀ ਸਦਬਾਣੀ ਹੈ, ਇੱਕ ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਗੁਰਗੱਦੀ ਦੇ ਕੇ ਇਕੱਠੇ ਹੋ ਕੇ ਇਹ ਕਿਹਾ ਸੀ ਵੀ ਅਸੀਂ ਅਕਾਲ ਚਲਾਣਾ ਕਰ ਜਾਣਾ। ਸਾਡੇ ਜਾਣ ਤੋਂ ਬਾਅਦ ਤੁਸੀਂ ਕਿਹੜੀ ਰਸਮ ਕਰਨੀ ਹੈ, ਉਹ ਰਾਮਕਲੀ ਸਦ ਸਾਨੂੰ ਦੱਸਦੀ ਹੈ ਕਿ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਨ ਜੀਓ। ਉੱਥੇ ਸਾਰੀ ਕਿਰਿਆ ਜਿਹੜੀ ਦੱਸੀ ਗਈ ਹੈ ਵੀ ਆਪਾਂ ਕਿੱਦਾਂ ਦੀ ਕਿਰਿਆ ਕਰਨੀ ਹੈ। ਜਿਹੜੀ ਮਨਮਤ ਦੀ ਕਿਰਿਆ ਅੱਜ ਅਸੀਂ ਕਰਦੇ ਹਾਂ, ਉਹ ਰਾਮਕਲੀ ਸਦ ਸਾਨੂੰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਸਾਨੂੰ ਇਹ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਵੀ ਕਿਰਿਆ ਕੀ ਹੁੰਦੀ ਹੈ ਸਿੱਖ ਦੀ ਜਦੋਂ ਕੋਈ ਅਕਾਲ ਚਲਾਣਾ ਕਰ ਜਾਏ। ਉੱਥੇ ਸਾਰੀ ਕਿਰਿਆ ਦਾ ਜ਼ਿਕਰ ਕੀਤਾ ਗਿਆ ਵੀ ਕਿਸ ਤਰ੍ਹਾਂ ਜੋ ਮੇਰੇ ਜਾਣ ਪਿੱਛੋਂ ਕੀਰਤਨ ਕਰਨਾ ਹੈ। ਫਿਰ ਜੋ ਕੇਸੋ ਗੋਪਾਲ ਪੰਡਤ ਸਦਿਓ, ਇੱਥੇ ਪੰਡਤ ਦਾ ਅਰਥ ਹੈ ਵਿਦਵਾਨ। ਪਾਓ ਕਿ ਸਾਹਮਣੇ ਕੇਸਾਂ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਵਿਦਵਾਨਾਂ ਨੂੰ, ਗੁਰਸਿੱਖਾਂ ਨੂੰ ਸਦਿਓ। ਜਿਹੜੇ ਗੁਰਸਿੱਖ ਵਿਦਵਾਨ ਨੇ, ਕਹਿੰਦੇ ਹਰ ਹਰ ਕਥਾ ਪੜ੍ਹੈ, ਹਰੀ ਪਰਮਾਤਮਾ ਦੀ ਕਥਾ ਪੜ੍ਹਨ। ਪੁਰਾਣ ਜੋ ਮੇਰੇ ਵਾਸਤੇ ਉਹੀ ਪੁਰਾਣ ਦੀ ਕਥਾ ਹੈ, ਹਰੀ ਪਰਮਾਤਮਾ ਦੀ ਕਥਾ ਕਰਨ। ਸਿੱਖੀ ਦੇ ਵਿੱਚ ਗਰੁੜ ਪੁਰਾਣ ਦੀ ਕਥਾ ਕੋਈ ਨਹੀਂ ਹੈ। ਇੱਥੇ ਹਰੀ ਪਰਮਾਤਮਾ ਦੀ ਕਥਾ ਹੈ, ਪਰਮਾਤਮਾ ਦੀ ਸਿਫਤ ਸਲਾਹ। ਜੇ ਤੂੰ ਗੱਦੀ ਪ੍ਰਾਪਤ ਹੋ ਗਈ, ਦੇਖੋ ਫਿਰ ਗੱਦੀ ਤੋਂ ਬੈਠ ਕੇ ਨਾ ਜਿਹੜਾ ਸ਼ਬਦ ਉਚਾਰਨ ਕੀਤਾ, ਇਤਿਹਾਸ ਵਿੱਚ ਜ਼ਿਕਰ ਇਹ ਆਉਂਦਾ ਹੈ ਕਿ ਉਸ ਦਿਨ ਗੁਰੂ ਸਾਹਿਬ ਜੀ ਦੇ ਅੰਦਰੋਂ ਅੱਖਾਂ ਵਿੱਚ ਨੀਰ ਸੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਜੇ ਸਾਡੀ ਵਿਦ ਹੁੰਦੀ, ਸਾਡਾ ਤੌਰ ਤਰੀਕਾ ਹੁੰਦਾ, ਤੇ ਇਹ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਕਿ ਅਸੀਂ ਕੀ ਹੋਣਾ ਸੀ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਅਸੀਂ ਲਾਹੌਰ ਦੀ ਗਲੀਆਂ 'ਚ ਰੁਲਦੇ ਰਹਿੰਦੇ, ਅਸੀਂ ਵਾਸਰਕੇ ਦੀ ਗਲੀਆਂ 'ਚ ਰੁਲਦੇ ਰਹਿੰਦੇ, ਕਿਸੇ ਨੇ ਗੱਲ ਨਹੀਂ ਸੀ ਪੁੱਛਣੀ। ਇਹ ਗੁਰੂ ਮਹਾਰਾਜ ਤੁਸਾਂ ਕਿਰਪਾ ਕੀਤੀ, ਇਹ ਤੁਸੀਂ ਹੱਥ ਰੱਖਿਆ ਸਿਰ ਤੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਮੈਂ ਕੀੜਾ ਸਾਂ। ਹਮ ਥਾਪੇ, ਮੈਨੂੰ ਇਹ ਸਰਦਾਰੀ ਬਖਸ਼ ਦਿੱਤੀ, ਇਹ ਗੁਰਿਆਈ ਬਖਸ਼ ਦਿੱਤੀ, ਇਹ ਤੇਰਾ ਤਰਸ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਗੁਰੂ ਨਾਨਕ ਦਾ ਜਨ ਦਾਸ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਧੰਨ ਹੋ। ਜਿਤ ਮਿਲੀਐ ਚੂਕੇ ਸਭ ਸੋਗ ਸੰਤਾਪੇ। ਜਿਹਨੂੰ ਮਿਲ ਕੇ ਮੇਰੀ ਜ਼ਿੰਦਗੀ ਦੇ ਸਾਰੇ ਸੋਗ, ਚਿੰਤਾਵਾਂ, ਸਾਰੇ ਸੰਤਾਪ ਦੂਰ ਹੋ ਗਏ। ਅਤੇ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਜਦੋਂ ਬਾਬੇ ਅਮਰਦਾਸ ਨੇ, ਕਿਉਂਕਿ ਬਾਬਾ ਅਮਰਦਾਸ ਜੀ ਦਾ 10 ਤਰੀਕ ਨੂੰ ਜੋਤੀ ਜੋਤ ਸਮਾਉਣ ਦਾ ਪੁਰਬ ਆਉਣਾ ਹੈ। ਅੱਜ ਉਹਨਾਂ ਦਾ ਗੁਰਗੱਦੀ ਦਿਵਸ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਉਹਨਾਂ ਦੇ ਜੋਤੀ ਜੋਤ ਸਮਾਉਣ ਪੁਰਬ 'ਤੇ ਬਾਬੇ ਅਮਰਦਾਸ ਜੀ ਦੇ ਜੀਵਨ ਬਾਰੇ ਉਹ ਗੱਲਾਂ ਕਰਾਂਗੇ ਵੀ ਜਦੋਂ ਰਾਮਦਾਸ ਮਹਾਰਾਜ ਨੇ ਜਦੋਂ ਜੋਤੀ ਜੋਤ ਸਮਾਏ ਤੇ ਇੱਕ ਗੱਲ ਆਖੀ ਸੀ, ਕਹਿੰਦੇ ਸੱਚੀ ਅੱਜ ਮੈਂ ਅਨਾਥ ਹੋ ਗਿਆ। ਲੋਕ ਕਹਿੰਦੇ ਸਨ ਵੀ 7 ਸਾਲ ਦੇ ਵਿੱਚ ਭਾਈ ਜੇਠਾ ਅਨਾਥ ਹੋ ਗਿਆ, ਪਰ ਉਦੋਂ ਮੈਨੂੰ ਗਿਆਨ ਨਹੀਂ ਸੀ। ਪਰ ਜਦੋਂ ਬਾਬੇ ਅਮਰਦਾਸ ਜੀ ਨੇ ਕਾਲ ਚਲਾਣਾ ਕੀਤਾ, ਉਸ ਵੇਲੇ ਉਹਨਾਂ ਨੇ ਕਿਹਾ ਵੀ ਅੱਜ ਸੱਚੀ ਮੁੱਚੀ ਮੈਂ ਅਨਾਥ ਹੋ ਗਿਆ ਹਾਂ। ਕਿਉਂਕਿ ਅੱਜ ਅਹਿਸਾਸ ਹੋਇਆ ਕਿ ਮਾਂ ਬਾਪ ਕੀ ਹੁੰਦੇ ਨੇ, ਗੁਰੂ ਕੀ ਹੁੰਦਾ ਹੈ। ਕਿਉਂਕਿ ਬਾਬੇ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਮਾਤਾ ਪਿਤਾ ਦਾ ਪਿਆਰ ਤੇ ਗੁਰੂ ਦਾ ਪਿਆਰ, ਸਾਰੇ ਪਿਆਰ ਉੱਥੋਂ ਮਿਲੇ। ਸੱਸ ਸਹੁਰੇ ਵਰਗਾ ਪਿਆਰ, ਹਰ ਇੱਕ ਪਿਆਰ ਉੱਥੇ ਮਿਲਿਆ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਬੋ ਕਿਹਾ
ਕਾੜਾ ਜੀ। ਉਹ ਪਿਆਰ ਮਿਲਿਆ ਸੀ ਬਾਬੇ ਅਮਰਦਾਸ ਜੀ ਦੇ ਜੀਵਨ ਵਿੱਚੋਂ। ਉਹਨਾਂ ਨੇ ਐਸੀ ਕਿਰਪਾ ਕੀਤੀ, ਗੁਰਗੱਦੀ ਅੱਜ ਪ੍ਰਾਪਤ ਹੋ ਗਈ। ਸੱਤਾ ਤੇ ਬਲਵੜ ਨੇ ਤਾਂ ਹੀ ਲਿਖਿਆ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਾ ਨਮਸਕਾਰ। ਅੱਜ ਰੱਬ ਕਰਕੇ ਸੰਗਤਾਂ ਨੇ ਮੱਥਾ ਟੇਕਿਆ। ਭੱਟਾਂ ਨੇ ਲਿਖਿਆ, ਕਹਿੰਦੇ ਸੋਟੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਦੀ ਵਡਿਆਈ ਪ੍ਰਾਪਤ ਹੋਈ। ਉਹ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਸ਼ਰਨ ਵਿੱਚ ਭੱਟ ਸਾਹਿਬਾਨ ਆਏ, ਉਹ ਜਿਨ੍ਹਾਂ ਨੇ ਕਿਹਾ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣ ਨੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ। ਕਹਿੰਦੇ ਸਾਡਾ ਜੀਵਨ ਜ਼ਹਿਰ ਨਾਲ ਭਰਿਆ ਹੋਇਆ ਸੀ ਤੇ ਅਸੀਂ ਅੰਮ੍ਰਿਤ ਵਰਗੇ ਹੋ ਗਏ ਹਾਂ ਜਦੋਂ ਗੁਰੂ ਕਾ ਸ਼ਬਦ ਸੁਣਿਆ। ਭੱਟਾਂ ਨੇ ਕਿਹਾ, हे ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਸਾਡੇ 'ਚ ਕੋਈ ਗੁਣ ਨਹੀਂ। ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਅਸੀਂ ਅਵਗੁਣ ਛੱਡ, ਕਹਿੰਦੇ ਗੁਣਾਂ ਨੂੰ ਛੱਡ ਕੇ ਅਸੀਂ ਵਿਖ ਫੱਕਦੇ ਹਾਂ। ਸਾਡਾ ਜੀਵਨ ਕਿਵੇਂ ਔਗੁਣਾਂ ਨਾਲ ਰਤਿਆ ਹੋਇਆ, ਵਿਖ ਨਾਲ ਰਤਿਆ ਹੋਇਆ। ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਅੰਮ੍ਰਿਤ ਛਾੜ, ਅੰਮ੍ਰਿਤ ਨੂੰ ਛੱਡ ਕੇ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੱਚੇ ਪਾਤਸ਼ਾਹ ਆਪਣੀ ਸ਼ਰਨ 'ਚ ਰੱਖੋ। ਔਰ ਤੁਸੀਂ ਵੇਖੋ ਪਿਆਰ ਵਾਲਿਓ, ਭੱਟ ਸਾਹਿਬਾਨਾਂ ਨੇ ਗੁਰੂ ਦੀ ਬੜੀ ਉਪਮਾ, ਸਵਈਆਂ ਵਿੱਚ ਸਭ ਤੋਂ ਵੱਧ ਉਪਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਿਖੀ ਹੈ। ਸਭ ਤੋਂ ਵੱਧ ਸਵਈਏ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਵਿੱਚ ਨੇ, ਭੱਟ ਸਾਹਿਬਾਨਾਂ ਦੇ। ਖੈਰ ਆਪਣੇ ਕੋਲ ਸਮਾਂ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਨੂੰ ਗੱਦੀ ਪ੍ਰਾਪਤ ਹੋਈ। ਗੁਰੂ ਰਾਮਦਾਸ ਮਹਾਰਾਜ ਨੇ ਜਿਹੜੇ ਕਾਰਜ ਕੀਤੇ ਉਹ ਜਾਣਨੇ ਬੜੇ ਜ਼ਰੂਰੀ ਨੇ। ਗੁਰੂ ਰਾਮਦਾਸ ਮਹਾਰਾਜ ਨੇ ਵਿਆਹ ਦੀ ਰਸਮੀ ਤੌਰ ਤੋਂ ਇੱਕ ਰੀਤ ਕਾਇਮ ਕਰਨ ਵਾਸਤੇ ਆਪ ਜੀ ਨੇ 2 ਬਾਣੀਆਂ ਉਚਾਰਨ ਕੀਤੀਆਂ, ਇੱਕ ਘੋੜੀਆਂ ਤੇ ਦੂਜੀ ਬਾਣੀ ਹੈ ਲਾਵਾਂ, ਜੋ ਗੁਰੂ ਰਾਮਦਾਸ ਮਹਾਰਾਜ ਨੇ ਸਾਡੀ ਝੋਲੀ 'ਚ ਪਾਈਆਂ। ਗੁਰੂ ਰਾਮਦਾਸ ਮਹਾਰਾਜ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। 11 ਰਾਗ ਨਵੇਂ ਉਚਾਰਨ ਕੀਤੇ। ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਛੱਡ ਕੇ ਆਪ ਜੀ ਨੇ ਰਾਮਦਾਸਪੁਰਾ, ਜਿਸ ਦਾ ਬਾਅਦ ਦੇ ਵਿੱਚ ਨਾਮ ਅੰਮ੍ਰਿਤਸਰ ਪਿਆ, ਉਸ ਨਗਰ ਦੀ ਨੀਂਹ ਰੱਖੀ। ਉਸ ਨਗਰ ਦੇ ਵਿੱਚ 52 ਕਿਰਤਾਂ ਦੇ ਲੋਕ ਕਿਰਤ ਵਾਸਤੇ ਵਸਾਏ, ਕਿਉਂਕਿ ਕਿਸੇ ਵੀ ਨਗਰ ਦੀ ਤਰੱਕੀ ਕਿਰਤੀ ਲੋਕਾਂ ਕਰਕੇ ਹੁੰਦੀ ਹੈ। ਜਿੱਥੇ ਸਾਰੀ ਕਿਰਤ ਕਰਨ ਵਾਲੇ ਲੋਕ ਰਹਿੰਦੇ ਹੋਣ, ਉਹ ਜਿਹੜੇ ਸ਼ਹਿਰ ਵਸਦੇ ਹਨ ਉਹਨਾਂ ਦੇ ਵਿੱਚ ਆਵਾਜਾਈ ਵੱਧਦੀ ਹੈ, ਕਿਉਂਕਿ ਲੋਕ ਆਪਣੇ ਆਪਣੇ ਕੰਮਾਂ ਵਾਸਤੇ ਆਉਂਦੇ। 52 ਕਿਰਤਾਂ ਦੇ ਲੋਕ ਉੱਥੇ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਏ। ਗੁਰੂ ਰਾਮਦਾਸ ਮਹਾਰਾਜ ਨੇ 2 ਸਰੋਵਰਾਂ ਨੂੰ ਟੱਕ ਲਾਇਆ, ਇੱਕ ਸੰਤੋਖਸਰ, ਇੱਕ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਆਪ ਜੀ ਨੇ ਕਰਾਈ। ਗੁਰੂ ਰਾਮਦਾਸ ਮਹਾਰਾਜ ਜੀ ਆਪ ਕੇਵਲ 7 ਸਾਲ ਗੁਰਗੱਦੀ ਤੇ ਰਹੇ, 1574 ਤੋਂ ਲੈ ਕੇ 1581 ਤੱਕ। ਤੇ ਉਸ ਦੌਰਾਨ ਆਪ ਜੀ ਨੇ ਜੋ ਬਾਣੀ ਉਚਾਰਨ ਕੀਤੀ, ਸਭ ਤੋਂ ਵੱਧ ਪੜਤਾਲਾਂ 5 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ 19 ਪੜਤਾਲਾਂ ਨੇ। ਮੈਂ ਅੱਜ ਉਹਨਾਂ ਦੇ ਬਾਰੇ ਰਿਸਰਚ ਕਰ ਰਿਹਾ ਸੀ, ਦੇਖ ਰਿਹਾ ਸੀ ਵੀ ਗੁਰੂ ਸਾਹਿਬ ਜੀ ਨੇ ਕਿਤਨਾ ਕੁਝ ਦਿੱਤਾ। ਪੜਤਾਲ ਬੜੀ ਔਖੀ ਹੈ। ਪੜਤਾਲ ਦਾ ਅਰਥ ਹੁੰਦਾ ਹੈ ਕਿ ਜਿਹੜਾ ਇੱਕ ਤਾਲ ਹੈ, ਉਸ ਤਾਲ ਦੇ ਵਿੱਚ ਹਰ ਇੱਕ ਪੰਕਤੀ 'ਤੇ ਤਾਲ ਦਾ ਚੇਂਜ ਹੋ ਜਾਣਾ। ਪਾਓ ਇੱਕ ਰਾਗ ਦੇ ਵਿੱਚ ਗਾ ਕੇ ਹਰ ਇੱਕ ਪੰਕਤੀ ਦੇ ਵਿੱਚ ਵੱਖ-ਵੱਖ ਤਾਲ ਦੇ ਨਾਲ ਉਸ ਨੂੰ ਗਾਣਾ। ਰਾਗ ਉਹੀ ਰਹਿਣਾ, ਹਰ ਇੱਕ ਪੰਕਤੀ ਨਾਲ ਤਾਲ ਚੇਂਜ ਹੋਣਾ, ਉਹਨੂੰ ਕਹਿੰਦੇ ਪੜਤਾਲ। ਪਾਓ ਕਿ ਜਿਸ ਪੰਕਤੀ ਨਾਲ ਤਾਲ ਚੇਂਜ ਹੋ ਜਾਏ, ਉਹਨੂੰ 19 ਪੜਤਾਲਾਂ ਨੇ ਗੁਰੂ ਰਾਮਦਾਸ ਮਹਾਰਾਜ ਦੀਆਂ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਵਾਰਾਂ ਕੱਲੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀਆਂ ਹੋਈਆਂ। ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਇਹ ਸਕੂਲ ਨਹੀਂ ਗਿਆ, ਇਹ ਪੜ੍ਹਿਆ ਨਹੀਂ,
ਜਿਹਨੂੰ ਕਹਿੰਦੇ ਸਨ ਜਦੋਂ ਅੰਮ੍ਰਿਤ ਲਾਹੌਰ ਤੋਂ ਤੁਰੇ ਸਨ ਕਿ ਇਹ ਬੱਚਾ ਕਿੱਥੇ ਰਹੇਗਾ, 2 ਜੋੜੀ ਕੱਪੜੇ ਨੇ, ਕੀ ਪਾਏਗਾ, ਇਹ ਬੱਚੇ ਦੇ ਕੋਲ ਰਹਿਣ ਨੂੰ ਘਰ ਨਹੀਂ, ਖਾਣ ਨੂੰ ਭੋਜਨ ਨਹੀਂ, ਕੀ ਕਰੇਗਾ। ਮੈਂ ਇੱਕ ਬੇਨਤੀ ਕਰਾਂ, ਅਕਾਲ ਪੁਰਖ ਜਦੋਂ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਨਾ, ਅੱਜ ਉਹ ਰਾਮਦਾਸ ਮਹਾਰਾਜ ਜੀ ਦਾ ਘਰ ਹੈ, ਜਿੱਥੇ ਕਿ ਲੋਕ ਦੁਨੀਆ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਾ ਕੇ ਰਹਿਣ ਵਾਸਤੇ ਸੋਚ ਸਕਦੇ ਨੇ ਕਿੱਥੇ ਰਵਾਂਗੇ, ਪਰ ਰਾਮਦਾਸ ਦੇ ਘਰ ਵਿੱਚ ਕੋਈ ਵੀ ਸੋਚਣ ਦੀ ਲੋੜ ਨਹੀਂ, ਕੋਈ ਵੀ ਜਾ ਕੇ ਰਹਿ ਸਕਦਾ, ਹਰ ਇੱਕ ਨੂੰ ਟਿਕਾਣਾ ਮਿਲ ਜਾਂਦਾ। ਰਾਮਦਾਸ ਮਹਾਰਾਜ ਦੇ ਜਦ 2 ਜੋੜੀ ਕੱਪੜੇ ਲੈ ਕੇ ਨਾਨੀ ਤੁਰੀ ਸੀ ਨਾ, ਤੇ ਆਖਣ ਲੱਗੇ ਸਨ ਪਰਿਵਾਰ ਦੇ ਸਰੀਕੇ, ਉੱਥੇ ਦੇ ਲੋਕ, ਇਹ ਕੀ ਪਾਏਗਾ। ਅੱਜ 10-10 ਸਾਲ ਵਾਰੀ ਨਹੀਂ ਲੱਗਦੀ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਚੰਦੋਆ ਸਾਹਿਬ ਭੇਟਾ ਕਰਨ ਦੀ, ਵਸਤਰ ਭੇਟਾ ਕਰਨ, 10 ਸਾਲ ਵਾਰੀ ਨਹੀਂ ਆਉਂਦੀ। ਕੋਈ ਕਮੀ ਹੈ? ਕੀ ਖਾਏਗਾ? ਅੱਜ ਉਸ ਦੇ ਘਰ ਦੇ ਵਿੱਚ, ਦੁਨੀਆ ਦੇ ਵਿੱਚ ਕਿਸੇ ਵੀ ਧਰਤੀ 'ਤੇ ਲੋਕ ਭੁੱਖਾ ਰਹਿ ਸਕਦਾ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਤੋਂ ਕੋਈ ਭੁੱਖਾ ਨਹੀਂ ਮੁੜ ਸਕਦਾ, ਕੋਈ ਨਹੀਂ ਭੁੱਖਾ ਮੁੜ ਸਕਦਾ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਰਕਤਾਂ ਆਈਆਂ, ਗੁਰਗੱਦੀ ਪ੍ਰਾਪਤ ਹੋਈ, ਅਤੇ ਆਪ ਜੀ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ। ਔਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਅੱਜ ਰਾਮਦਾਸ ਮਹਾਰਾਜ ਦਾ ਗੁਰਗੱਦੀ ਦਿਵਸ ਹੈ। ਗੋੜੀ ਕੀ ਵਾਰ ਮਹਿਲਾ ਚੌਥਾ, ਉਹਨਾਂ ਦੀ ਇਹ ਵਾਰ ਬੜੀ ਪੜ੍ਹਨ ਵਾਲੀ ਹੈ ਔਰ ਸਮਝਣ ਵਾਲੀ ਹੈ, ਕਿਉਂਕਿ ਉਸ ਵੇਲੇ ਜੋ ਵਰਤਾਰਾ ਵਰਤਿਆ, ਉਸ ਵਰਤਾਰੇ ਦਾ ਜ਼ਿਕਰ ਕੀਤਾ ਹੈ। ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਹੋਵੇ, ਉਸ ਵੇਲੇ ਤਪਿਆਂ ਦੀ ਗੱਲ ਹੋਵੇ, ਉਹਨਾਂ ਲੋਕਾਂ ਦੀ ਗੱਲ ਹੋਵੇ ਜਿਹੜੇ ਲੋਕਾਂ ਨੇ ਉਸ ਵੇਲੇ ਕਰਮ ਕਾਂਡ ਦਾ ਪਸਾਰਾ ਪਸਾਰ ਰਹੇ ਸਨ, ਉਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਗੋੜੀ ਕੀ ਵਾਰ ਮਹਿਲਾ ਚੌਥਾ 'ਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਹਰਿਦੁਆਰ ਜਾਂਦੇ ਨੇ ਅਤੇ ਭਾਈ ਜੇਠਾ ਜੀ ਨਾਲ ਗਏ ਨੇ, ਤਾਂ ਉਸ ਦਾ ਵੀ ਜ਼ਿਕਰ ਬਾਬੇ ਅਮਰਦਾਸ ਜੀ ਨੇ ਕੀਤਾ ਹੈ ਕਿ ਜੋ ਗੁਰੂ ਸਾਹਿਬ ਜੇ ਤੀਰਥਾਂ 'ਤੇ ਗਏ ਨੇ, ਤਾਂ ਤੀਰਥਾਂ 'ਤੇ ਕੁਛ ਮੰਗਣ ਵਾਸਤੇ ਜਾਂ ਆਪਣੇ ਪਾਪ ਧੋਣ ਵਾਸਤੇ ਨਹੀਂ, ਸਗੋਂ ਤੀਰਥ ਦਾ ਉଦ୍ਧਾਰ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਗਏ, ਉੱਥੇ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਗਏ। ਇਸ ਨੂੰ ਕਹਿੰਦੇ ਨੇ ਗੁਰੂ ਸਾਹਿਬ ਜੀ ਦੀ ਕਿਰਪਾ, ਜਿਸ ਨੂੰ ਕਿ ਸੱਤਾ ਬਲਵੰਡ ਦੇ ਬਚਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਸਿਰਜਣਹਾਰ ਨੇ ਆਪ ਐਡੀ ਵੱਡੀ ਕਿਰਪਾ ਕਰ ਦਿੱਤੀ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਜੀਵਨ ਨੂੰ ਜੀਵਿਆ। 1581 ਦੇ ਵਿੱਚ ਆਪਣੇ ਪੁੱਤਰਾਂ ਦੀ ਪਰਖ ਕੀਤੀ ਅਤੇ ਆਪਣੇ ਛੋਟੇ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯੋਗ ਜਾਣ ਕੇ ਔਰ ਗੁਰਗੱਦੀ ਬਖਸ਼ਿਸ਼ ਕੀਤੀ। ਇਹ ਹੈ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ, ਕਿ ਉਹਨਾਂ ਨੇ ਸਾਨੂੰ ਜੀਵਨ ਜਿਉਣ ਦੀ ਇਹ ਜੁਗਤ ਬਖਸ਼ੀ ਹੈ ਕਿ ਕਿਸੇ ਵੀ ਹਾਲਤ ਵਿੱਚ ਜ਼ਿੰਦਗੀ ਸਾਡੀ ਹੋਵੇ, ਜੀਵਨ ਵਿੱਚ ਕੋਈ ਵੀ ਦੁੱਖ ਸੁੱਖ ਆ ਸਕਦਾ ਹੈ, ਪਰ ਉਸ ਦੁੱਖ ਸੁੱਖ ਨੂੰ ਅਸੀਂ ਕਿਵੇਂ ਝੱਲਣਾ ਹੈ, ਉਸ ਦੇ ਵਿੱਚ ਕਿਵੇਂ ਰਹਿਣਾ ਹੈ, ਇਹ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਜੀਵਨ ਵਿੱਚ ਜੀ ਕੇ ਵਿਖਾਇਆ, ਨਾਲ ਆਪਣੀ ਬਾਣੀ ਦੇ ਰਾਹੀਂ ਇਹ ਗੱਲ ਪ੍ਰਤੱਖ ਕਰਕੇ ਵਿਖਾਈ। ਉਹਨਾਂ ਦਾ ਸ਼ਬਦ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੇ ਪਾਈ, ਕਿਰਪਾ ਕਰਨ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਤਿਹਾਈ। ਕਹਿੰਦੇ ਜੇ ਸੁਖ ਦੇਹਨ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇਹਨ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਉਹਨਾਂ ਨੇ ਵਿਚਾਰ ਬਖਸ਼ੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਨੇ ਗੁਰ ਕੋ ਬਲਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਮਦੇ ਤੇ ਗੁਰੂ ਤੇ ਪਾਏ। ਹਰੀ ਦੇ ਗੁਣ ਜਿਹੜੇ ਹਰੀ ਨੂੰ ਪਾਉਂਦੇ ਨੇ ਨਾ ਪਿਆਰਿਓ, ਉਹ ਗੁਣ ਗੁਰੂ ਕੋਲੋਂ ਮਿਲਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ 'ਚ ਉਹ ਗੁਣ ਪੈਦਾ ਹੋਣ ਨਾ, ਔਰ ਜਿਹੜੇ ਗੁਣ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦੇ ਨੇ, ਉਹ ਗੁਰੂ ਦੀ ਸਨ ਵਿੱਚੋਂ ਪ੍ਰਾਪਤ ਹੋ ਸਕਦੇ ਆ। ਉਹਨਾਂ ਨੇ ਇਹ ਵੀ ਮਰਿਆਦਾ ਬੰਨੀ ਗੁਰੂ ਰਾਮਦਾਸ ਮਹਾਰਾਜ ਨੇ ਕਿ ਸਿੱਖ ਦਾ ਨੇਮ ਕੀ ਹੈ। ਭਾਵੇਂ ਪਹਿਲੇ ਗੁਰੂ ਸਾਹਿਬਾਨ ਅੰਮ੍ਰਿਤ ਵੇਲੇ ਦਾ ਨੇਮ ਕਰਦੇ ਆ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ 'ਚ ਹੀ ਕਹਿ ਦਿੱਤਾ ਸੀ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਆਨੰਦ ਕਾਰਜ ਦੀ ਰਸਮ ਦੀ ਰੀਤ
ਘੋੜੀਆਂ ਤੇ ਲਾਵਾਂ ਬਾਣੀ ਜਿਹੜੀ ਵਿਆਹ ਦੀ ਰੀਤਾਂ ਗੁਰੂ ਸਾਹਿਬ ਜੀ ਨੇ ਸਹੀ ਰੀਤ ਕੀ ਹੈ ਉਹ ਦੱਸੀ। ਗੁਰੂ ਰਾਮਦਾਸ ਮਹਾਰਾਜ ਨੇ ਸਿੱਖ ਦਾ ਨੇਮ ਦੱਸਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਇਸ਼ਨਾਨ ਕਰੈ ਭਲਕੇ ਪ੍ਰਭਾਤੀ। ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਫਿਰ ਜੋ ਕਹਿੰਦੇ ਨਾਮ ਬਾਣੀ ਦਾ ਅਭਿਆਸ ਕਰਨਾ, ਔਰ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਦਾ ਉਪਦੇਸ਼ ਦਿੱਤਾ। ਉਹ ਲਾਸਟ ਕਹਿ ਦਿੱਤਾ, ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਦਾਸ ਨਾਨਕ ਉਸ ਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਜਿਹੜਾ ਆਪ ਜਪਦਾ, ਹੋਰਨਾਂ ਨੂੰ ਨਾਮ ਜਪਾਉਂਦਾ। ਇਹ ਸਾਨੂੰ ਪ੍ਰੇਰਨਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ। ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਆਪ ਸਰਬਤ ਸੰਗਤਾਂ ਨੂੰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਮੇਰੇ ਪਾਸੋਂ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ, ਆਪ ਸੰਗਤਾਂ ਬਖਸ਼ਣਹਾਰੋ ਬਖਸ਼ ਲੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ ਲੈਣ। ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਕਿ ਇਹ ਜੀਵਨ ਬਖਸ਼ਿਆ ਹੈ ਗੁਰੂ ਕੇ ਲੇਖੇ ਲੱਗ ਸਕੇ, ਗੁਰੂ ਕੇ ਵਿਚਾਰਾਂ ਆਪ ਸੰਗਤਾਂ ਤੱਕ ਪਹੁੰਚਾਉਂਦੇ ਰਹੀਏ। ਅਸੀਸ ਦਿਓ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।